ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हे ਪ੍ਰਾਨਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਨਾਹੁ, ਕਰਨਾ ਮੈਂ ਸਭ ਦੁਖ ਹਰੋ। हे ਸਰਨ ਜੋਗ ਦਿਆਲ ਹੈ, ਦੀਨਾਨਾਥ ਮਇਆ ਕਰੋ। ਸਰੀਰ ਸਵਾਤ ਖੀਨ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਕਨ ਹਰ ਬੂੰਦ ਬਸਹੁ ਰੋਮਾਵਲ, ਕੁਸਮ ਵਸੰਤ ਗਣੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲਹ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਇਆ ਮੋਹਿ ਵਿਸਾਰਿਆ, ਗੁਰ ਕਾ ਭਉ ਹੇਤ ਅਪਾਰ। ਲੋਭ ਲਹਰ ਸੁਧ ਮਤ ਗਈ, ਸੱਚ ਨਾ ਲੱਗੈ ਪਿਆਰ। ਗੁਰਮੁਖ ਜਿਨਾ ਸ਼ਬਦ ਮਨ ਵਸੈ, ਦਰਗਹ ਮੋਖ ਦੁਆਰ। ਨਾਨਕ ਆਪੇ ਮੇਲ ਲਏ, ਆਪੇ ਬਖਸ਼ਨਹਾਰ। ਮਾਇਆ ਮੋਹਿ ਵਿਸਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਸ਼ਕਤੀਮਾਨ, ਯਾਹਰਾ ਜਹੂਰ ਹਾਜ਼ਰਾ ਹਜੂਰ। ਬਾਣੀ ਕੇ ਬੋਹਿਤ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਦਿਨ ਦੇ ਪਾਵਨ ਅਤੇ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਗੁਰਮੁਖ ਪ੍ਰੇਮੀ ਪਿਆਰੇ ਜਨੋ, ਵੱਡ ਭਾਗੀ ਸਾਧ ਸੰਗ ਪ੍ਰਾਪਤ। ਤਿੰਨ ਭੇਟਤ ਦੁਰਮਤ ਖੋਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਵੱਡੇ ਭਾਗਾਂ ਦੇ ਨਾਲ ਜਿੱਥੇ ਮਨੁੱਖ ਜਾਮਾ ਇਸ ਜੀਵਨ ਨੂੰ ਪ੍ਰਾਪਤ ਹੋਇਆ,
ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਵਰਗੇ ਦਿਆਲੂ ਕਿਰਪਾਲੂ ਬਖਸ਼ੰਦ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲ, ਸਿੱਖੀ ਸਰੂਪ ਬਾਣੀ ਬਾਣਾ ਅੰਮ੍ਰਿਤ ਦੀ ਦਾਤ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਬਾਣੀ ਨਾਮ ਸਿਵਤ ਸਲਾਹ ਵਡਿਆਈ ਉਪਮਾ, ਜਿਸ ਦੇ ਮਨ ਦੇ ਵਿੱਚ ਸੁਣਨ ਦੀ ਚਾਹਤ ਹੈ, ਤੜਫ ਹੈ ਜਿਸ ਦੇ ਮਨ ਦੇ ਅੰਦਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਜੀਵ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹਨ। ਜੋ ਮਿਹਰ ਦੀ ਵੱਡੀ ਨਿਸ਼ਾਨੀ ਕਿ ਹਰ ਵਕਤ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਡਰ ਅਤੇ ਭੈ ਦੇ ਵਿੱਚ ਰਹਿਣਾ। ਦਸ ਤੋਂ ਪਹਿਲਾਂ ਜਿੱਥੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪ ਸੰਗਤਾਂ ਨੇ ਨਿਰੋਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ, ਉੱਥੇ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ, ਇਹੋ ਹਰ ਰਸ ਪਾਵੈ ਜਨ ਕੋਏ। ਪਾਵਨ ਪਵਿੱਤਰ ਸੁਖਮਨੀ ਸਾਹਿਬ ਜੀ ਦੇ ਬਚਨ। ਹਰੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਕਿਉਂਕਿ ਹਰ ਇੱਕ ਦੇ ਵਿੱਚ ਰਸ ਹੈ। ਝੂਠ ਦਾ ਆਪਣਾ ਰਸ ਹੈ, ਪਾਪ ਦਾ ਆਪਣਾ ਰਸ ਹੈ, ਸੱਚ ਦਾ, ਸਿਮਰਨ ਦਾ, ਭਗਤੀ ਦਾ, ਬੰਦਗੀ ਦਾ, ਮਨਮੁਖਤਾਈ ਦਾ, ਗੁਰਮੁਖਤਾਈ ਦਾ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਦਾ ਆਪਣਾ ਰਸ ਹੈ। ਪਰ ਸਾਰੇ ਰਸਾਂ ਦੇ ਵਿੱਚੋਂ ਜੋ ਸਰਮੋਰ ਰਸ ਹੈ, ਸੰਸਾਰ ਦੇ ਜਿਹੜੇ ਰਸ ਹੈ, ਉਹ ਗੁਰਮੁਖ ਪਿਆਰਿਓ ਸੰਸਾਰ ਦੇ ਨਾਲ ਹੀ ਸੀਮਤ ਹੈ। ਇਸ ਸੰਸਾਰ ਤੋਂ ਅੱਗੇ ਨਹੀਂ ਇਸ ਜੀਵ ਨੂੰ ਲੈ ਕਰਕੇ ਜਾਣਗੇ। ਕੋਈ ਦੁਨੀਆ ਦੀ ਤਾਕਤ ਉਸ ਮਨਮੁਖ ਨੂੰ 84 ਲੱਖ ਜੂਨਾਂ ਤੋਂ ਛੁਟਕਾਰਾ ਨਹੀਂ ਪਵਾ ਸਕਦੀ। ਸੰਸਾਰ ਦੇ ਰਸ ਉਸ ਦੇ ਕੋਲੋਂ ਖੋ ਨਹੀਂ ਸਕਦੀ ਕੋਈ ਵੀ ਤਾਕਤ। ਜਿਸ ਦਾ ਮਨ ਵਿਸ਼ੇ ਵਿਕਾਰਾਂ 'ਚ ਦਗਾ, ਧੋਖੇ, ਫਰੇਬ, ਹੇਰਾ ਫੇਰੀ, ਪਾਪ ਕਰਮ ਕਰਨ ਦੇ ਵਿੱਚ ਰਸ ਲੈਣ ਲੱਗ ਪਿਆ, ਜੇ ਮਨੁੱਖ ਜਨਮ ਦਾ ਸਮਾਂ ਖਤਮ ਵੀ ਹੋ ਗਿਆ, ਫਿਰ ਬਾਕੀ ਸਾਰੀਆਂ ਜੂਨਾਂ 'ਚ ਇਹ ਵਿਸ਼ੇ ਵਿਕਾਰ ਤੇ ਦੁਨਿਆਵੀ ਰਾਸੀ ਉਸਨੇ ਪ੍ਰਾਪਤ ਕਰਨੇ ਆ। ਜੂਨ ਕੋਈ ਵੀ ਹੈ, ਸਰੀਰ ਕੋਈ ਵੀ ਹੈ, ਜੀਵ ਜਿੱਥੇ ਮਰਜੀ ਜਨਮ ਲੈਂਦਾ, ਅਕਸਰ ਰਸ ਤਾਂ ਉਹ ਲੈਂਦਾ ਹੀ ਹੈ ਨਾ, ਰਸ ਤਾਂ ਉਸ ਨੂੰ ਚਾਹੀਦਾ ਹੀ ਹੈ। ਪਰ ਇੱਕ ਸਰਮੋਰ ਰਸ ਹੈ ਜਿਹੜਾ ਸੰਸਾਰਕ ਰਸਾਂ ਤੋਂ ਇਸ ਨੂੰ ਉੱਪਰ ਉਠਾ ਦਿੰਦਾ, ਤੇ ਸਰਮੋਰ ਰਸ ਜਿਹੜਾ ਨਾਮ ਦਾ, ਕਥਾ ਦਾ, ਵਡਿਆਈ ਦਾ, ਕੀਰਤਨ ਦਾ, ਸਤਸੰਗਤ ਦਾ, ਸਤਿਗੁਰਾਂ ਦੇ ਦਰਸ਼ਨਾਂ ਦੀਦਾਰਾਂ ਦਾ, ਇਹ ਰਸ ਇੱਕ ਨਾ ਇੱਕ ਦਿਨ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਇਸ ਗੁਰਸਿੱਖ ਅਭਿਆਸੀ ਨੂੰ ਇੱਕ ਮਿਕ ਕਰ ਦਿੰਦਾ। ਦਵੈ ਤੇ ਏਕ ਰੂਪ ਹੋਏ ਗਇਓ। ਉੱਥੇ ਤੱਕ ਪਹੁੰਚਣ ਵਾਸਤੇ ਭਾਵੇਂ ਕੁਝ ਜਨਮ ਲੱਗਣ, ਭਾਵੇਂ ਕੋਈ ਸਾਲ ਲੱਗਣ, ਪਰ ਜਿਸ ਦੇ ਅੰਦਰ ਪਰਮਾਤਮਾ ਦੇ ਮਿਲਾਪ ਵਾਸਤੇ ਇੱਕ ਵਾਰੀ ਤਾਂਘ, ਤੜਫ, ਭੁੱਖ, ਪਿਆਸ ਪੈਦਾ ਹੋ ਗਈ, ਇਹ ਪਰਮਾਤਮਾ ਨੂੰ ਇੱਕ ਨਾ ਇੱਕ ਦਿਨ ਮਿਲਾ ਜ਼ਰੂਰ ਦੇਵੇਗੀ। ਇਹ ਇੱਕ ਦਿਨ ਇਸ ਦੀ ਅਟਲ ਪ੍ਰਾਪਤੀ ਅਕਾਲ ਪੁਰਖ ਪਰਮਾਤਮਾ ਦੀ ਇਸ ਜੀਵ ਨੂੰ ਹੋਣੀ ਹੀ ਹੈ। ਇਹ ਪਾਵਨ ਪਵਿੱਤਰ ਗੁਰਬਾਣੀ ਦੇ ਬਚਨ ਹਨ ਕਿ ਜੈਸਾ ਸੇਵੈ ਤੈਸਾ ਹੋਏ। ਜਿੱਦਾਂ ਦਾ ਇਹਦੇ ਅੰਦਰ ਮਤਲਬ ਸਿਮਰਨ ਹੈ, ਜੋ ਚਾਹਤ ਹੈ, ਚੰਗੀ ਹੈ ਜਾਂ ਮਾੜੀ ਹੈ,
ਉਹ ਤਾਂ ਆਪਣੇ ਆਪਣੇ ਜੀਵ ਨੇ ਕਰਮ ਭੋਗਣੇ ਆ। ਤੇ ਜੇ ਨਾਮ ਸਿਮਰਨ ਬੰਦਗੀ ਭਗਤੀ ਦੀ ਪਿਆਸ ਹੈ, ਫਿਰ ਇਹ ਇੱਕ ਦਿਨ ਭਗਤੀ 'ਚ ਨਿਪੁੰਨ ਹੋ ਹੀ ਜਾਵੇਗਾ। ਇਹ ਸਿਮਰਨ ਦੇ ਵਿੱਚ ਕਾਮਯਾਬ ਹੋ ਕੇ ਪਰਮੇਸ਼ਰ ਤੱਕ ਪਹੁੰਚ ਹੀ ਜਾਵੇਗਾ। ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਬਚਨ ਹਨ। ਇਹੋ ਹਰ ਰਸ ਪਾਵੈ ਜਨ ਕੋਇ। ਮਤਲਬ ਕਰੋੜਾਂ ਅਰਬਾਂ ਦੇ ਹਿਸਾਬ ਦੇ ਨਾਲ ਸੰਸਾਰ ਦਾ ਰਸ ਹਰ ਇੱਕ ਜੂਨ ਤੇ ਹਰ ਇੱਕ ਜਨਮ ਦੇ ਵਿੱਚ ਇਹ ਜੀਵ ਪ੍ਰਾਪਤ ਕਰ ਰਿਹਾ। ਪਰ ਜੋ ਨਾਮ ਦਾ ਰਸ ਹੈ, ਕਥਾ ਦਾ ਰਸ ਹੈ, ਸਤ ਸੰਗਤ ਦਾ ਰਸ ਹੈ, ਪਰਮੇਸ਼ਰ ਦੀ ਯਾਦ ਦਾ ਰਸ ਹੈ, ਭਗਤੀ ਅਤੇ ਬੰਦਗੀ ਦਾ ਰਸ ਹੈ, ਇਹ ਗੁਰਦੇਵ ਜੀ ਨੇ ਕਿਰਪਾ ਕੀਤੀ ਵੀ ਕੋਈ ਵਿਰਲਾ ਹੀ ਹੈ ਜਿਹੜਾ ਇਸ ਰਸ ਦੇ ਪ੍ਰਾਪਤੀ ਦੇ ਵਾਸਤੇ ਪ੍ਰਯਾਸ ਕਰਦਾ। ਜੀਵਨ ਦੇ ਵਿੱਚ ਜਿਸ ਦੇ ਅੰਦਰ ਤਾਂਘ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਮਲੀ ਦਾ ਨਾਮ ਲੈ ਦਿੱਤਾ, ਵਿਸ਼ੇ ਵਕਾਰ ਭੋਗਣ ਵਾਲੇ ਦਾ ਨਾਮ ਲੈ ਦਿੱਤਾ, ਚੋਰੀਆਂ ਕਰਨ ਵਾਲੇ ਚੋਰ ਦਾ ਨਾਮ ਲੈ ਦਿੱਤਾ, ਨਿੰਦਾ ਕਰਨ ਦਾ ਜਿਸ ਨੂੰ ਰਸ ਹੈ ਉਸ ਨਿੰਦਕ ਦਾ ਨਾਮ ਲੈ ਦਿੱਤਾ। ਨਾਲ ਇਹ ਆਖਿਆ ਵੀ ਜਿੱਦਾਂ ਨਿੰਦਕ ਨੂੰ ਨਿੰਦਾ ਦਾ ਰਸ ਹੈ, ਚੋਰ ਨੂੰ ਚੋਰੀ ਦਾ ਜੋ ਭੁਸ ਰਸ ਪਿਆ ਹੈ, ਵਿਸ਼ੇ ਵਕਾਰ ਭੋਗਣ ਵਾਲੇ ਨੂੰ, ਅਮਲੀ ਨੂੰ ਅਮਲ ਖਾਣ ਦਾ ਹੈ, ਠੀਕ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਨਾਮ ਜਪਣ ਵਾਲੀ ਰੂਹ ਨੂੰ ਨਾਮ ਜਪਣ ਦਾ ਰਸ ਹੈ। ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਅਤੇ ਭਗਤੀ ਕਰਨ ਦਾ ਸੁਭਾਅ ਬਣ ਗਿਆ। ਉਹ ਸਵਾਸ ਸਵਾਸ ਅਰਦਾਸ ਹੀ ਇਹ ਕਰੀ ਜਾਂਦਾ ਕਿ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਬਖਸ਼ਿਸ਼ ਕਰ ਦਿਓ ਵੀ ਇੱਕ ਜੀਵ ਦੇ ਨਾਲ ਸਤਿਨਾਮ ਵਾਹਿਗੁਰੂ ਬਾਣੀ ਪੜ੍ਹਨ ਕਰਕੇ ਮੇਰਾ ਮਨ ਰੱਜਦਾ ਨਹੀਂ। ਤੁਸੀਂ ਕਰਨ ਕਾਰਨ ਸਮਰੱਥ ਹੋ, ਇਹ ਸਾਰੇ ਰੋਮ ਜੀਵ ਨਹੀਂ ਬਣ ਸਕਦੇ। ਜੋ ਮੈਂ ਸਿਮਰਨ ਕਰਕੇ ਰਸ ਤੇ ਆਨੰਦ ਪ੍ਰਾਪਤ ਕਰਦਾ ਇਸ ਬੈਖੜੀ ਬਾਣੀ ਦੇ ਰੂਪ ਦੇ ਵਿੱਚ, ਤੇ ਇਹ ਅਜੱਪਾ ਜਾਪ ਨਹੀਂ ਬਣ ਸਕਦਾ। ਮੈਂ ਜਿਸ ਨੂੰ ਦੇਖਾਂ ਉਹਦੇ ਵਿੱਚੋਂ ਤੇਰੀ ਜੋਤ ਦੇ ਦਰਸ਼ਨ ਦਿਦਾਰੇ ਨਹੀਂ ਹੋ ਸਕਦੇ। ਮੈਂ ਜੋ ਵੀ ਸੁਣਾ ਸਾਰਿਆਂ ਦੇ ਵਿੱਚ ਬੈਠਾ ਬੋਲਦਾ ਤਾਂ ਪ੍ਰਮਾਤਮਾ ਤੂੰ ਹੀ ਹੈ, ਤੇ ਮੈਨੂੰ ਐਸਾ ਗਿਆਨ ਨਹੀਂ ਪ੍ਰਾਪਤ ਕਰਾ ਸਕਦੇ ਕਿ ਜੋ ਵੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਵੇ ਉਹ ਮੈਂ ਆਪ ਜੀ ਦੀ ਹੀ ਆਵਾਜ਼ ਸਮਝਾਂ। ਕਿਉਂਕਿ ਪਰਮਾਤਮਾ ਕਰਨ ਕਾਰਨ ਸਮਰੱਥ ਹੈ, ਸਭ ਕੁਝ ਕੀਤਾ, ਸਭ ਕੁਝ ਕਰ ਰਿਹਾ, ਸਭ ਕੁਝ ਕਰੇਗਾ ਤਿੰਨਾਂ ਕਾਲਾਂ ਦੇ ਵਿੱਚ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰਦੇਵ ਜੀ ਨੇ ਇਹ ਕਿਰਪਾ ਕੀਤੀ ਹੈ। ਮੈਂ ਜੋ ਬੇਨਤੀ ਕਰ ਰਿਹਾ, ਕਿਉਂਕਿ ਕਈ ਇਹੋ ਜਿਹੀਆਂ ਮਤਲਬ ਰੂਹਾਂ, ਇਹੋ ਜਿਹਾ ਪ੍ਰੇਮ, ਇਹੋ ਜਿਹੇ ਪਿਆਰੇ ਗੁਰਮੁਖ ਦੇਖੇ ਤੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਗੁਰੂ ਦੀ ਕਿਰਪਾ ਦਾ ਸਦਕਾ ਇਹ ਨੇਮ ਬਣਾਇਆ ਵੀ ਗੁਰਦੇਵ ਜੀ ਦੇ ਚਰਨਾਂ 'ਚ ਬਸ ਆ ਕਰਕੇ ਬੈਠ ਹੀ ਜਾਂਦੇ ਆ, ਤੇ ਬਾਕੀ ਸਭ ਕੁਝ ਪੂਰੀ ਕੋਸ਼ਿਸ਼ ਵੀ ਹੋਰ ਕੋਈ ਖਿਆਲ ਇੱਧਰ ਉੱਧਰ ਜਾਣਾ ਤਾਂ ਕੀ ਆ ਵੀ ਅਚੇਤ ਮਨ ਦੇ ਵਿੱਚ ਕੋਈ ਹੋਰ ਵਿਚਾਰ ਨਾ ਆਵੇ। ਇਸ ਪੂਰੇ ਸਮੇਂ ਦਾ ਮੈਂ ਪੂਰਾ ਲਾਭ ਪ੍ਰਾਪਤ ਕਰਾਂ, ਪੂਰਾ ਲਾਹਾ ਪ੍ਰਾਪਤ ਕਰਾਂ। ਵਾਸਤਵ ਦੇ ਵਿੱਚ ਪ੍ਰਾਪਤੀ ਵੀ ਉਹਨਾਂ ਨੂੰ ਹੀ ਹੁੰਦੀ ਹੈ, ਸਫ਼ਰ ਵੀ ਤੇ ਮੰਜ਼ਿਲ ਵੀ ਐਸੀਆਂ ਰੂਹਾਂ ਦੇ ਹੱਥ ਹੀ ਲੱਗਦੀ ਹੈ। ਐਸੀਆਂ ਰੂਹਾਂ ਦਾ ਹੀ ਗੁਰਦੇਵ ਜੀ ਦੇ ਚਰਨਾਂ 'ਚ ਆਉਣਾ, ਸਿਮਰਨ ਸੇਵਾ ਸਤ ਸੰਗਤ ਕੀਤੀ ਹੋਈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ। ਸਤਿਗੁਰਾਂ ਦੇ ਬਚਨ ਹਨ, ਕਿਉਂਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲਾਗੈ ਕੋਈ। ਕਹਿੰਦੇ ਕੋਈ ਦੁੱਖ ਲੱਗੇ ਨਹੀਂ ਸਕਦਾ ਜੋ ਗੁਰੂ ਦੀ ਸੇਵਾ ਸਿਮਰਨ ਦੇ ਵਿੱਚ ਜੀਵ ਨੂੰ ਪ੍ਰਾਪਤ ਹੋਣਾ।
ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਫਿਰ ਅੱਗੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ। ਫਿਰ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ। ਫਿਰ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹਿਰਦੇ ਦੀ ਡੰਗਾਈ ਚੋਂ ਮਨ ਕਰਕੇ ਉਹ ਜੀਵ ਸੇਵਾ ਤੇ ਸਿਮਰਨ ਕਰਦਾ ਜਿਸ ਤੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਜੀ ਜੀਵ ਦਾ ਕਿੰਨਾ ਬਚਾਅ ਕਰਦੇ ਵੀ ਸਿਮਰਨ ਕਰਨ ਵਾਲੇ ਨੂੰ ਕਿਤੇ ਸਿਮਰਨ ਦਾ ਹੰਕਾਰ ਨਾ ਹੋ ਜਾਵੇ, ਸੇਵਾ ਕਰਨ ਵਾਲੇ ਨੂੰ ਕਿਤੇ ਸੇਵਾ ਦਾ ਹੰਕਾਰ ਨਾ ਹੋ ਜਾਵੇ, ਸਤ ਸੰਗਤ ਕਰਨ ਵਾਲੇ ਨੂੰ ਕਿਤੇ ਸਤ ਸੰਗਤ ਦਾ ਹੰਕਾਰ ਨਾ ਹੋ ਜਾਵੇ। ਇਸ ਤਰ੍ਹਾਂ ਇਸ ਦਾ ਬਚਾਅ ਕਰ ਰਹੇ ਆ। ਹਉਮੈ ਤੋਂ ਛੁਟਕਾਰਾ ਪਾਉਣ ਵਾਸਤੇ ਵੀ ਭੁੱਲ ਭੁਲੇਖੇ ਅਚਾਨ ਚੱਕ ਅਚੇਤਤਾ ਕਰਕੇ ਵੀ ਕਿਤੇ ਇਹ ਹਉਮੈ ਦੇ ਰੋਗ 'ਚ ਗਰਸਿਆ ਨਾ ਜਾਵੇ। ਸਭ ਕੁਝ ਕਰਨ ਦੇ ਬਾਵਜੂਦ ਇਹ ਖਾਲੀ ਰਹਿ ਜਾਵੇ, ਇਹਨੂੰ ਫਲ ਨਾ ਮਿਲੇ। ਸਤਿਗੁਰਾਂ ਦੇ ਬਚਨ ਹਨ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਕਿਉਂਕਿ ਜੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ, ਨਾਮ ਰੂਪੀ ਬਾਣੀ ਰੂਪੀ ਖੰਡੇ ਬਾਟੇ ਦੇ ਰੂਪ 'ਚ ਜੋ ਖੰਡੇ ਦੀ ਪਹੁਲ ਹੈ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਜੋ ਚਰਨ ਪਹੁਲ ਪ੍ਰਾਪਤ ਕਰਕੇ ਗੁਰਦਿੱਖਿਆ ਲਈ ਜਾਂਦੀ ਸੀ, ਵੀ ਜਿਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਇਸ ਸੰਸਾਰ 'ਤੇ ਆਇਆ, ਉਸ ਤੋਂ ਇਹ ਵਾਂਝਾ ਨਾ ਰਹਿ ਜਾਵੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਨਾਸ, ਜਾ ਕੈ ਮਨ ਪ੍ਰਗਟੈ ਗੁਣ ਤਾਸ। ਗੁਣਾਂ ਦਾ ਖਜ਼ਾਨਾ ਜਿਹਦੇ ਹਿਰਦੇ 'ਚ ਪ੍ਰਗਟ ਹੋ ਜਾਵੇ, ਜੋ ਆਪਣੇ ਅੰਦਰ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਦਿਦਾਰੇ ਕਰ ਲੈਣ। ਦੁਨਿਆਵੀ ਤੌਰ 'ਤੇ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਪ੍ਰਮਾਣ ਦੇਣਾ ਕੀਤਾ ਤੇ ਇਸ ਨੂੰ ਸਮਝਾਉਣਾ ਕੀਤਾ ਬੇ ਪਰਮਾਤਮਾ ਦੀ ਕਥਾ ਕੀਰਤਨ ਗੁਰਬਾਣੀ ਸੁਣਨ ਵਾਲੇ ਤੇ ਸੁਣਾਉਣ ਵਾਲਿਆਂ ਤੇ ਕਿਵੇਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਜਿਸ ਤਰ੍ਹਾਂ ਜੈਸੇ ਖਾਨ ਚੂਨ ਘੇਰਤ ਹੋਤ ਘਰ ਵਿਖੇ ਪੈ, ਪਾਹੁਨ ਕੇ ਆਏ ਪੂਰੀ ਕਹਿ ਖਵਾਏ ਖਾਈ ਹੈ। ਜੈਸੇ ਚੀਰ ਹਾਰ ਮੁਕਤਾ ਕਰਨ ਅਭਰਨ ਪੈ, ਵਿਆਹੋ ਕਾਜ ਸਾਚ ਤਾਨੋ ਸੁਜਨ ਦਿਖਾਈ ਹੈ। ਜੈਸੇ ਹੀਰਾ ਮਾਨਕ ਅਮੋਲ ਹੋਤ ਹਾਟ ਹੀ ਮੈਂ, ਗਾਹੇ ਕੈ ਦਿਖਾਏ ਬੜਤਾ ਬਸੇਖ ਪਾਈਐ। ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ੍ਹ ਸੁਣ ਲਿਵ ਲਾਈਐ। ਗੁਰੂ ਦਾ ਸਿੱਖ ਗੁਰਮੁਖ ਭਾਵੇਂ ਦਸਾਂ ਨੋਹਾਂ ਦੀ ਕਿਰਤ ਕਰ ਰਿਹਾ, ਕਿਤੇ ਜਾ ਰਿਹਾ, ਸਫ਼ਰ ਕਰ ਰਿਹਾ, ਉਹਦੇ ਮਨ ਦੇ ਵਿੱਚ ਇੱਕ ਵੱਡੀ ਉਮੰਗ ਰਹਿੰਦੀ ਹੈ ਵੀ ਮੈਨੂੰ ਨਾ ਇਹੋ ਜਿਹਾ ਗੁਰਮੁਖ ਪਿਆਰਾ ਹਮਰਾਹੀ ਤੇ ਮੈਨੂੰ ਮਿਲ ਜਾਵੇ, ਜਿਸ ਦੇ ਨਾਲ ਮੈਂ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਵਾਰਤਾਂ ਸਿਫਤ ਸਲਾਹ ਕਰਾਂ ਤੇ ਸੁਣਾ। ਉਹ ਕਿੰਨਾ ਖੁਸ਼ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਠੀਕ ਇਸੇ ਤਰ੍ਹਾਂ ਪ੍ਰੇਮੀਓ, ਜਿਸ ਤਰ੍ਹਾਂ ਬਹੁਤ ਨਜ਼ਦੀਕ ਰਿਸ਼ਤੇਦਾਰ ਮਿੱਤਰ ਦੋਸਤ ਮਹਿਮਾਨ ਘਰ ਦੇ ਵਿੱਚ ਆ ਜਾਂਦੇ ਨਾ, ਗ੍ਰਸਤੀਆਂ ਦੇ ਖੁਸ਼ੀਆਂ ਭਰੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ, ਤੇ ਕਹਿੰਦੇ ਜੋ ਪਰਿਵਾਰ ਵਾਲੇ ਆ ਬਹੁਤ ਚਾਅ ਕਰਦੇ ਆ, ਸਾਰਾ ਸਮਾਨ ਭਾਵੇਂ ਘਰ ਦੇ ਵਿੱਚ ਹੀ ਹੈ, ਉਹ ਅਲੱਗ-ਅਲੱਗ ਪਕਵਾਨ ਪਕਾ ਕੇ ਖਾ ਕੇ ਤੇ ਖਵਾ ਕੇ ਖੁਸ਼ ਹੁੰਦੇ ਆ। ਵੀ ਜੇ ਬੱਚੇ ਪੁੱਛਣ ਵੀ ਇਹ ਪਦਾਰਥ ਅੱਜ ਐਨੇ ਕਾਹਦੇ ਬਣਾਏ, ਫਿਰ ਮਾਤਾ ਪਿਤਾ ਵੱਡੇ ਵਡੇਰੇ ਬਜ਼ੁਰਗ ਕਹਿੰਦੇ ਕਿ ਪੁੱਤਰੋ ਧੀਓ, ਇਹ ਜੋ ਮਹਿਮਾਨ ਆਏ ਨਾ ਸਾਡੇ ਘਰ, ਇਹਨਾਂ ਦੀ ਸੇਵਾ ਦੇ ਵਾਸਤੇ ਇਹ ਸਾਰੇ ਪਕਵਾਨ ਬਣਾਏ। ਇਹ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਆ ਵੀ ਗੁਰਸਿੱਖ ਦੇ ਹਿਰਦੇ 'ਚ ਪਰਮਾਤਮਾ ਦੀ ਕਥਾ ਵਾਰਤਾ ਸਿਫਤ ਸਲਾਹ ਦਾ ਇੰਨਾ ਚਾਅ ਹੋਣਾ ਚਾਹੀਦਾ, ਜਿੱਥੇ ਵੀ ਕੋਈ ਪ੍ਰੇਮੀ ਮਿਲ ਜਾਵੇ ਉੱਥੇ ਹੀ ਪਰਮਾਤਮਾ ਦੀ ਸਿਫਤ ਸਲਾਹ
ਪਰਮਾਤਮਾ ਦੇ ਨਾਮ ਦੀ ਮਹਿਮਾ ਕਰਨ ਲੱਗ ਪੈਂਦੇ, ਕਿਉਂਕਿ ਉਹਨਾਂ ਦਾ ਹਿਰਦਾ ਭਰਿਆ ਹੋਇਆ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ। ਜਿੱਦਾਂ ਉਹ ਆਪ ਸੁੱਖ ਚੈਨ ਸੁੱਖਾਂ ਭਰੀ ਜ਼ਿੰਦਗੀ ਜੀ ਰਿਹਾ, ਉਹ ਕਹਿੰਦਾ ਸਾਰੇ ਸੰਸਾਰ ਨੂੰ ਇਹ ਸੁੱਖ ਮਿਲ ਜਾਵੇ, ਸਾਰਾ ਸੰਸਾਰ ਪਰਮਾਤਮਾ ਦੀ ਬੰਦਗੀ ਅਤੇ ਭਗਤੀ ਕਰਨ ਲੱਗ ਪਵੇ, ਕਿਸੇ ਜੀਵ ਨੂੰ ਕੋਈ ਦੁੱਖ ਹੋਵੇ ਹੀ ਨਾ, ਉਹਦੇ ਮਨ ਤੋਂ ਇਹ ਮੁਰਾਦ ਹੁੰਦੀ ਹੈ। ਪਹਿਲਾ ਪ੍ਰਮਾਣ ਕਿ ਜੈਸੇ ਖਾਨ ਚੂਨ ਘਿਰਤ ਹੋਤ ਘਰ ਵਿਖੇ ਪੈ, ਪਾਹੁਨ ਕੇ ਆਏ ਪੂਰੀ ਕਹਿ ਖਵਾਏ ਖਾਈ ਹੈ। ਦੂਸਰਾ ਪ੍ਰਮਾਣ ਜੈਸੇ ਚੀਰ ਹਾਰ ਮੁਕਤਾ ਕਰਨ ਅਭਰਨ ਪੈ, ਵਿਆਹੋ ਕਾਹੋ ਕਾਜ ਤਨ ਸੁਜਨ ਦਿਖਾਈ ਹੈ। ਕਹਿੰਦੇ ਘਰ ਦੇ ਵਿੱਚ ਸੁੰਦਰ ਜੋ ਵਸਤਰ ਨਵੇਂ ਖੁਸ਼ੀ ਦੇ ਦਿਹਾੜੇ ਨੂੰ ਮਨਾਉਣ ਦੇ ਵਾਸਤੇ ਜੋ ਤਿਆਰੀ ਕੀਤੀ ਗਈ, ਉਸ ਦਿਹਾੜੇ ਦੀ ਸ਼ੁਰੂਆਤ ਦੇ ਨਾਲ ਸਾਰੇ ਆਪਣੇ ਤਨ 'ਤੇ ਸਜਾ ਲੈਂਦੇ ਆ। ਪਤਾ ਲੱਗ ਜਾਂਦਾ ਵੀ ਕਿਸੇ ਖਾਸ ਪ੍ਰੋਗਰਾਮ 'ਤੇ ਇਹ ਜਾ ਰਹੇ ਆ। ਇਸੇ ਤਰ੍ਹਾਂ ਗੁਰਸਿੱਖ ਦੇ ਅੰਦਰ ਇਤਨਾ ਚਾਅ ਹੁੰਦਾ ਗੁਰਦੁਆਰਾ ਸਾਹਿਬ ਆਉਣ ਦਾ, ਸਤਿਗੁਰਾਂ ਦੇ ਚਰਨ ਪਰਸਣ ਦਾ, ਸਤ ਸੰਗਤ ਰੂਪੀ ਪਰਿਵਾਰ ਦੇ ਵਿੱਚ ਬੈਠ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗੁਰਸਿੱਖਾ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਇਸ ਤਰ੍ਹਾਂ ਸਿਫਤ ਸਲਾਹ ਗੁਰੂ ਸਾਹਿਬਾਂ ਦੀਆਂ ਸ਼ੁਰੂ ਹੋ ਜਾਂਦੀਆਂ, ਮਨ 'ਚ ਚਾਹ ਹੀ ਇਤਨਾ। ਤੀਸਰਾ ਪ੍ਰਮਾਣ ਧਿਆਨ ਨਾਲ ਸੁਣਿਓ, ਕਹਿੰਦੇ ਜੈਸੇ ਹੀਰਾ ਮਾਨਕ ਅਮੋਲ ਹੋਤ ਹਾਟ ਹੀ ਮੈਂ, ਗਾਹੇ ਕਹਿ ਦਿਖਾਏ ਬੜਤਾ ਬਸੇਕ ਪਾਈਐ। ਜਿਨ੍ਹਾਂ 'ਤੇ ਕਿਰਪਾ, ਜਿਨ੍ਹਾਂ ਦਾ ਅੰਦਰੋਂ ਆਪਣਾ ਝਗੜਾ ਖਤਮ ਤੇ ਸ਼ੰਕੇ ਤੇ ਭੁਲੇਖੇ ਵਹਿਮ ਦੇ ਪਰਦੇ ਡਰ ਪੈ ਖਤਮ ਹੋ ਗਿਆ, ਉਹ ਇੰਨੇ ਕੁ ਆਨੰਦ ਦੇ ਵਿੱਚ ਹੈ ਜਦੋਂ ਕੋਈ ਅਭਿਆਸੀ ਨੂੰ ਦੇਖਦੇ, ਜਿਹੜੇ ਅਧਿਕਾਰੀ ਹੈ ਐਸੀਆਂ ਕਥਾ ਕਹਾਣੀਆਂ ਸਿਫਤ ਸਲਾਹ ਗੁੱਝੇ ਭੇਦਾਂ ਨੂੰ ਸੁਣਨ ਵਾਸਤੇ ਜੋ ਤਿਆਰ ਹੈ, ਤੇ ਉਸ ਦੇ ਅੱਗੇ ਜੋ ਗੁਰੂ ਦੇ ਸ਼ਬਦ ਦੀ ਡੂੰਘਾਈ ਹੈ ਉਹ ਖੋਲ੍ਹ ਦਿੰਦੇ ਆ। ਜਿਸ ਤਰ੍ਹਾਂ ਹੀਰੇ ਲਾਲ ਜਵਾਹਰਾ ਮਾਣਕਾਂ ਦੀ ਦੁਕਾਨ ਹੋਵੇ, ਕਈ ਤਾਂ ਸਾਡੇ ਵਰਗੇ ਭਾਅ ਪੁੱਛਣ ਵਾਸਤੇ ਵੀ ਸਮਾਂ ਹੀ ਪਾਸ ਕਰਨਾ, ਬਾਜ਼ਾਰਾਂ 'ਚ ਸਟੋਰਾਂ 'ਚ ਪਾਰਕਾਂ ਦੇ ਵਿੱਚ ਸੜਕਾਂ 'ਚ ਤੁਰੇ ਫਿਰਦੇ ਆ। ਐਸਾ ਨਹੀਂ ਵੀ ਜਿੱਥੇ ਵੀ ਚਾਰ ਗੁਰਮੁਖ ਪਿਆਰੇ ਬੈਠ ਗਏ, ਕੁਝ ਸਮਾਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰ ਲਈਏ, ਕਿਸੇ ਸ਼ਬਦ ਦੀ ਵਿਚਾਰ ਆਪਾਂ ਕਰ ਲਈਏ, ਮੂਲ ਮੰਤਰ ਦਾ ਜਾਪ ਕਰ ਲਈਏ, ਜਾਂ ਗਿਆਨੀ ਨੇ ਜੋ ਕਥਾ ਕੀਤੀ ਆ ਵੀ ਉਹਦੀ ਵਿਚਾਰ ਕਰੀਏ ਵੀ ਤੁਸੀਂ ਕੀ ਸੁਣਿਆ ਬਈ, ਵੀ ਉਸ ਨੇ ਐਸੀ ਵਿਚਾਰ ਅੱਜ ਕੀਤੀ। ਫਿਰ ਗੁਰੂ ਸਾਹਿਬਾਂ ਦਾ ਜੀਵਨ ਕੋਈ ਹੋਵੇ, ਸ਼ਹੀਦਾਂ ਦੀ ਕੋਈ ਜੀਵਨੀ ਹੋਵੇ, ਸਾਹਿਬਜ਼ਾਦਿਆਂ ਦੇ ਸ਼ਹਾਦਤਾਂ ਦਾ ਕੋਈ ਸਿੱਕਾ ਹੋਵੇ, ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ, ਤੇ ਜਦੋਂ ਉਹ ਆਪਸ ਵਿੱਚ ਵਾਰਤਾਲਾਪ ਕਰਨਗੇ ਤੇ ਉਹਨਾਂ ਦਾ ਵੀ ਸਮਾਂ ਸਫਲ ਹੋ ਜਾਵੇਗਾ। ਜਿਹੜਾ ਸੁਣੇਗਾ ਉਹਦੀ ਵੀ ਹਾਜ਼ਰੀ ਲੱਗ ਜਾਵੇਗੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ। ਜੋ ਮੈਂ ਬੇਨਤੀ ਕਰ ਰਿਹਾ, ਕਈ ਬਿਲਕੁਲ ਗੱਲਾਂ ਹੀ ਕਰਨੀਆਂ, ਅੰਦਰੋਂ ਨਹੀਂ ਚਾਹੁੰਦੇ, ਖੁਸ਼ ਉਹ ਖੁੰਡ ਚਰਚਾ ਦੇ ਵਿੱਚ ਹੈ, ਨਿੰਦਾ ਚੁਗਲੀ ਦੇ ਵਿੱਚ ਹੈ, ਕਿਰੰਤੂ ਪਰੰਤੂ ਦੇ ਵਿੱਚ ਹੈ, ਵੀ ਇਸ ਤਰ੍ਹਾਂ ਦਾ ਕੁਝ ਲੈ ਕਰਕੇ ਆਈਏ, ਪੁੱਛੀਏ ਵੀ ਸ਼ਾਇਦ ਇਹਨੂੰ ਉੱਤਰ ਨਾ ਮਿਲੂਗਾ, ਫਿਰ ਆਪਣੇ ਆਪ ਨੂੰ ਮਤਲਬ ਖੁਸ਼ ਨਸੀਬ ਸਿਆਣੇ ਮੰਨਣਾ ਵੀ ਇਹਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਆਇਆ। ਐਸੀਆਂ ਵਿਚਾਰਾਂ ਅੰਦਰ ਭਰੀਆਂ ਹੋਈਆਂ, ਉਹ ਹੈ ਕੇਵਲ ਭਾਅ ਪੁੱਛਣ ਵਾਲੇ ਵੀ ਕਿੱਦਾਂ ਲਿਵ ਲੱਗਦੀ ਹੈ, 10ਵੇਂ ਦੁਆਰ 'ਚ ਟਿਕਾ ਕਿਵੇਂ ਹੁੰਦਾ, ਰੱਬ ਕਿੱਦਾਂ ਮਿਲਦਾ, ਮਨ ਦੀ ਇਕਾਗਰਤਾ ਕਿਵੇਂ ਹੋਵੇਗੀ, ਮਨ ਬੇਚੈਨ ਰਹਿੰਦਾ, ਇਹ ਰੁਕ ਸਕਦਾ ਸਿਰਫ ਪੁੱਛਣਾ ਹੀ ਆ, ਕੋਸ਼ਿਸ਼ ਕੋਈ ਨਹੀਂ। ਜਿਨ੍ਹਾਂ ਦੀ ਕੋਸ਼ਿਸ਼ ਹੋਵੇ ਨਾ, ਉਹ ਫਿਰ ਗੁਰਦੇਵ ਦੇ ਚਰਨਾਂ 'ਚ
ਹੱਥ ਪੱਲੂ ਜੋੜ ਕੇ ਅਰਦਾਸਾ ਕਰਦੇ, ਮਹਾਰਾਜ ਜੀ ਵੇ ਕਿਰਪਾ ਕਰ ਦਿਓ, ਇਹ ਚੰਚਲ ਬਿਰਤੀ ਹੈ, ਚੰਚਲ ਬਿਰਤੀ ਕਰਕੇ ਮੇਰੇ ਮਨ ਦਾ ਨਿਤਨੇਮ 'ਚ, ਸਿਮਰਨ 'ਚ, ਕਥਾ ਕੀਰਤਨ 'ਚ ਟਿਕਾ ਨਹੀਂ ਬਣਦਾ। ਮਹਾਰਾਜ ਜੀ ਇੰਨੀ ਚੰਚਲ ਬਿਰਤੀ, ਉਮਰ ਵੀ ਪੱਕ ਗਈ ਪਰ ਅਜੇ ਮਨ ਉਹੀ ਸ਼ੈਤਾਨੀਆਂ ਕਰਦਾ ਵੀ ਇਹਦੇ ਤੇ ਮੇਰੇ ਬੁਢੇਪੇ ਦਾ ਵੀ ਅਸਰ ਨਹੀਂ ਲੱਗਦਾ, ਤੁਸੀਂ ਕਿਰਪਾ ਕਰ ਦਿਓ। ਫਿਰ ਗਰੀਬ ਨਵਾਜ਼ ਜੀ ਜ਼ਰੂਰ ਬਖਸ਼ਿਸ਼ ਕਰ ਦਿੰਦੇ ਆ। ਕਹਿਣ ਤੋਂ ਭਾਵ ਤੇ ਜੇ ਕੋਈ ਹੋਵੇ ਅਧਿਕਾਰੀ, ਬੜੇ ਸਿੱਖ ਆਏ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ, ਪਰ ਬਾਬਾ ਬੁੱਢਾ ਸਾਹਿਬ ਵਰਗੇ ਨਹੀਂ, ਭਾਈ ਭਗੀਰਥ ਵਾਂਗੂ ਨਹੀਂ, ਭਾਈ ਸਾਧਾਰਨ ਵਾਂਗੂ ਨਹੀਂ, ਭਾਈ ਮਨ ਸੁਖ ਵਾਂਗੂ ਨਹੀਂ, ਰਾਏ ਬਲਾਰ ਤੇ ਭਾਈ ਲਹਿਣਾ ਜੀ ਵਾਂਗੂ ਨਹੀਂ। ਆ ਗਏ ਤੇ ਬਸ ਆ ਗਏ, ਪਿਛਲਾ ਧਿਆਨ ਹੀ ਛੱਡਤਾ। ਬਸ ਮਹਾਰਾਜ ਜੀ ਬਖਸ਼ਿਸ਼ ਕਰ ਦਿਓ। ਆਏ ਤਾਂ ਬਹੁਤ, ਸੇਵਕ ਸਿੱਖ ਪੂਜਨ ਸਭ ਆਵ ਹੈ, ਸਭ ਗਾਵ ਹੈ ਹਰ ਹਰ ਊਤਮ ਬਾਣੀ, ਪਰ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਾਹਦੇ ਵਾਸਤੇ? ਜੀਵ ਦੇ ਭਲੇ ਵਾਸਤੇ। ਕਈਆਂ ਦਾ ਖਿਆਲ ਵੀ ਸ਼ਾਇਦ ਰੱਬ ਨੂੰ ਜ਼ਰੂਰਤ ਹੈ ਸਾਡੀ, ਵੀ ਸ਼ਾਇਦ ਗੁਰੂ ਨੂੰ ਜ਼ਰੂਰਤ ਹੈ, ਨਹੀਂ ਤਾਂ ਵੀ ਇਹ ਬੁਲਾਰੇ ਬਸ ਇਹਨਾਂ ਦਾ ਹਰ ਵਕਤ ਇਹੀ ਕੁਝ ਰਹਿੰਦਾ ਵੀ ਸ਼ਾਇਦ ਕੋਈ ਨਾ ਕੋਈ ਸਵਾਰਥ ਲਾਲਚ ਹੋਵੇਗਾ। ਪਰ ਮਨੁੱਖ ਨੂੰ ਸਵਾਰਥ ਹੋ ਸਕਦਾ, ਪਰਮਾਤਮਾ ਨਿਰਸਵਾਰਥ ਹੈ। ਜੇ ਪਰਮਾਤਮਾ ਵੀ ਤੁਹਾਨੂੰ ਵਾਰ-ਵਾਰ ਕੋਈ ਗੱਲ ਸਮਝਾ ਰਿਹਾ ਤੇ ਸਮਝਾ ਵੀ ਤੁਹਾਡੇ ਭਲੇ ਵਾਸਤੇ ਰਿਹਾ। ਵੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਸੱਚ ਦਾ ਵਪਾਰ ਕਰਨ ਵਾਸਤੇ ਮਨੁੱਖ ਦੇ ਹੀ ਮਿਲੀ ਆ। ਭੋਲਿਆ ਦੇਖੀ ਕਿਤੇ ਇਹ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਇਹਨੂੰ ਟਾਲ ਮਟੋਲਾ ਕਰਕੇ ਇਹ ਜੀਵਨ ਦਾ ਸਮਾਂ ਬਰਬਾਦ ਨਾ ਕਰ ਦੇਈਂ। ਬਚਪਨਾ ਖਤਮ ਹੋ ਗਿਆ, ਜਵਾਨੀ ਖਤਮ ਹੋ ਗਈ, ਬੁਢੇਪੇ ਨੂੰ ਮੌਤ ਨੇ ਖਾ ਜਾਣਾ। ਇਹ ਸੁਪਨੇ ਦੇ ਵਾਂਗ ਜ਼ਿੰਦਗੀ ਤੇਰੀ ਨਿਕਲ ਜਾਣੀ, ਤੈਨੂੰ ਪਤਾ ਨਹੀਂ ਲੱਗਣਾ ਕਦੋਂ ਜੀਵਨ ਖਤਮ ਹੋ ਗਿਆ। ਇਸ ਕਰਕੇ ਕੁਝ ਸਮਝ ਲੈ, ਸਾਵਧਾਨੀ, ਹੋਸ਼ ਪੂਰਵਕ ਕੁਝ ਸੋਚ ਵਿਚਾਰ ਲੈ। ਤਤ ਵਿਚਾਰ ਜਹ ਮਤਰਾ ਜਗ ਤਾਰਨ ਕੋ ਅਵਤਾਰ ਬਣਾਇਓ। ਇਸ ਸੰਸਾਰ ਦੇ ਭਲੇ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਦਾ ਆਗਮਨ ਹੋਇਆ। ਇਹ ਸਾਡੇ ਭਲੇ ਵਾਸਤੇ ਰੱਬੀ ਬਾਣੀ, ਬ੍ਰਹਮ ਗਿਆਨਤਾ ਦਾ ਜਹਾਜ਼, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਤੇ ਤਰਸ ਕੀਤਾ, ਇਹ ਬਖਸ਼ਿਸ਼ ਕੀਤੀ ਜੀਵਾਂ ਦੇ ਭਲੇ ਵਾਸਤੇ। ਕਹਿਣ ਤੋਂ ਭਾਵ ਤੇ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਦੁਕਾਨਦਾਰ ਨੂੰ ਵੀ ਇਹ ਕੀਮਤ ਅਦਾ ਕਰ ਸਕਦਾ, ਉਹ ਫਿਰ ਜਿੱਥੇ ਡੁਪਲੀਕੇਟ ਹੀਰੇ ਤੇ ਗਹਿਣੇ ਰੱਖੇ ਨਾ, ਫਿਰ ਅੰਦਰੋਂ ਤਜੋਰੀ ਦੇ ਮਤਲਬ ਜੋ ਤਹਿਖਾਨੇ 'ਚ ਕੀਮਤੀ ਹੀਰੇ ਪਏ ਉੱਥੋਂ ਕੱਢ ਕੇ ਖੱਟ ਖਿਲਾਰ ਦਿੰਦਾ, ਮੋਰੇ ਵਿਛਾ ਦਿੰਦਾ। ਉਹਨੂੰ ਪਤਾ ਵੀ ਖਰੀਦਦਾਰ ਹੈ, ਇਹ ਭਾਅ ਪੁੱਛਣ ਵਾਲਾ ਨਹੀਂ। ਇਸੇ ਤਰ੍ਹਾਂ ਜਿਹੜੇ ਨਾਮ ਦੇ ਸੱਚੇ ਤੇ ਸੁੱਚੇ ਵਪਾਰੀ ਆ ਨਾ, ਉਹਨਾਂ ਨੂੰ ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਆ ਜਿਹੜੇ ਆਪ ਨਾਮ ਦਾ ਵਪਾਰ ਕਰਦੇ ਆ। ਉਹ ਪੇ ਹਿਰਦੇ ਦੀ ਡੰਗਾਈ 'ਚੋਂ ਸ਼ਬਦ ਦੇ ਗੁੱਝੇ ਭੇਦ ਉਹਨਾਂ ਦੇ ਸਨਮੁਖ ਰੱਖ ਦਿੰਦੇ ਆ ਸਰੋਤਿਆਂ ਦੇ, ਵੀ ਇਹਨਾਂ ਦਾ ਵੀ ਭਲਾ ਹੋ ਜਾਵੇ, ਇਹ ਵੀ ਸਮਝ ਸਕਣ ਨਾਮ ਦੀ ਮਹਿਮਾ। ਜੈਸੇ ਹੀਰਾ ਮਾਨਕ ਅਮੋਲ ਹੋਤ ਹਾਟ ਹੀ ਮੈਂ, ਗਾਹੇ ਕਹਿ ਦਿਖਾਏ ਬੜਤਾ ਬਸੇਕ ਪਾਈ ਹੈ। ਜਿਹੜਾ ਖਰੀਦਦਾਰ ਹੋਵੇ ਨਾ, ਜਿਹਨੂੰ ਸ਼ੌਂਕ ਹੋਵੇ, ਉਹ ਫਿਰ ਕੀਮਤ ਨਹੀਂ ਦੇਖਦਾ। ਜਿਹਨੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੋਵੇ ਨਾ, ਤੇ ਉਹ ਆਪਣਾ ਜੀਵਨ ਨਹੀਂ ਦੇਖਦਾ, ਸਭ ਕੁਝ ਹੀ ਅਰਪਣ ਕਰ ਦਿੰਦਾ। ਮਹਾਰਾਜ ਤੇਰਾ ਤੁਝ ਕੋ ਸੌਂਪਤੇ। ਇਹ ਸਵਾਸ ਸਮਾਂ ਮਹਾਰਾਜ ਜੀ ਮੈਂ ਲਿਆ, ਮੇਰੇ ਮਰਜ਼ੀ ਦੇ ਨਾਲ ਤਾਂ ਮੇਰੇ ਕੋਲ ਸਵਾਸ ਤੇ ਸਮਾਂ ਰਹਿਣਾ ਨਹੀਂ। ਮਹਾਰਾਜ ਜੀ ਇਹ ਮਨੁੱਖ ਜਾਮਾ ਮੇਰੀ ਮਰਜ਼ੀ ਕਰਕੇ ਥੋੜ੍ਹਾ ਮੈਨੂੰ ਮਿਲਿਆ, ਇਹ ਮੇਰੀ ਸਿਆਣਪ ਕਰਕੇ ਥੋੜ੍ਹਾ ਮੈਂ ਆਪ ਜੀ ਦੇ ਚਰਨਾਂ ਤੇ ਸਤਸੰਗਤ ਦੇ ਵਿੱਚ ਬੈਠਾ। ਇਹ ਮੇਰੀ ਸੋਚ ਸਮਝ ਕਰਕੇ ਮੈਂ ਸਿਮਰਨ ਨਹੀਂ ਕਰ ਸਕਦਾ। ਇਹ ਤਾਂ ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਅੱਗੇ
ਕੋਈ ਨਾਉ ਨਾ ਜਾਣੈ ਮੇਰਾ। ਮਹਾਰਾਜ ਜੀ ਮੈਨੂੰ ਕੌਣ ਜਾਣਦਾ? ਇਹ ਤਾਂ ਸਭ ਆਪ ਜੀ ਦੀ ਵਡਿਆਈ ਹੈ। ਤਾਂ ਜੀਵ ਦਾ ਭਲਾ ਹੋਣਾ, ਉੱਦਾਂ ਜੀਵ ਦਾ ਭਲਾ ਨਹੀਂ ਹੋ ਸਕਦਾ। ਧਰਮੀਆਂ ਨੂੰ ਆਪਣੇ ਧਰਮ ਦਾ ਹੰਕਾਰ, ਵਿਦਵਾਨਾਂ ਨੂੰ ਆਪਣੀ ਵਿਦਵਾਨੀ ਦਾ ਹੰਕਾਰ, ਅਮੀਰਾਂ ਨੂੰ ਆਪਣੀ ਅਮੀਰੀ ਦਾ ਹੰਕਾਰ, ਭੀਖ ਮੰਗਣ ਤੇ ਮੰਗਤਿਆਂ ਨੂੰ ਭੀਖ ਮੰਗਣ ਦਾ ਹੰਕਾਰ। ਉਹ ਕਹਿੰਦੇ ਛੋਟਾ ਜਿਹਾ ਕੰਮ ਨਹੀਂ ਇਹ, ਸਾਰੀ ਦਿਹਾੜੀ ਲਾਈਟਾਂ ਤੇ ਰੋਡ ਤੇ ਖੜੇ ਰਹਿਣਾ, ਹਰ ਇੱਕ ਦੇ ਮੋਹਰੇ ਠੂਠਾ ਅੱਡਣਾ ਤੇ ਉਹ ਤੋਂ ਭੀਖ ਮੰਗਣੀ। ਤੂੰ ਕਰਕੇ ਦੇਖ। ਤਾਂ ਉਹਨਾਂ ਨੂੰ ਕਿਤੇ ਪੁੱਛ ਕੇ ਦੇਖਿਓ। ਹੰਕਾਰ ਤੋਂ ਰਹਿਤ ਨਹੀਂ, ਉਹ ਵੀ ਇਸ ਭੁਲੇਖੇ 'ਚ ਨਾ ਰਿਹੋ। ਇਹ ਗੁਰੂ ਨਾਨਕ ਮਹਾਰਾਜ ਦੇ ਬਚਨ ਹੈ ਕਿ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਦੋਨਾਂ 'ਚ ਹੰਕਾਰ ਪਾਇਆ ਗਿਆ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਹਨੂੰ ਮੋਖ ਪਦਵੀ ਦੇ ਰਸਤੇ ਦਾ ਪਤਾ ਨਹੀਂ ਲੱਗਾ, ਕਿਉਂਕਿ ਉਹ ਗੁਰੂ ਦੀ ਕਿਰਪਾ ਦਾ ਸਦਕਾ ਇਹਨੂੰ ਗਿਆਨ ਹੋਣਾ ਸੀ ਕਿ ਮੋਖ ਪਦਵੀ ਪ੍ਰਾਪਤ ਕਿਵੇਂ ਹੁੰਦੀ ਹੈ। ਇਹ ਰਸਤਾ ਗੁਰੂ ਨੇ ਦੱਸਣਾ ਸੀ, ਗੁਰੂ ਦੀ ਰਹਿਮਤ ਦਾ ਸਦਕਾ ਇਹਨੂੰ ਸਮਝ ਆਉਣੀ ਸੀ, ਵਰਨਾ ਸਮਝ ਨਹੀਂ ਆ ਸਕਦੀ। ਜੈਸੇ ਹੀਰਾ ਮਾਨਕਾ ਅਮੋਲ ਹੋਤ ਹਾਟ ਹੀ ਮੈਂ, ਗਾਹੇ ਕੈ ਦਿਖਾਏ ਬੜਤਾ ਬਸੇਕ ਪਾਈਐ। ਗਰੀਬ ਨਵਾਜ ਸੋਝੀ ਜਦੋਂ ਤੂੰ ਬਖਸ਼ਤੀ ਨਾ, ਇਹ ਜਿੰਨਾ ਬਾਕੀ ਜ਼ਿੰਦਗੀ ਦਾ ਸਮਾਂ ਸਭ ਆਪ ਜੀ ਦੇ ਚਰਨਾਂ 'ਚ। ਮਹਾਰਾਜ ਬਸ ਸਵੀਕਾਰ ਕਰ ਲੈਣਾ। ਬੜੇ ਐਸੇ ਪ੍ਰੇਮੀ ਦੇਖੇ, ਬਸ 24 ਘੰਟੇ ਦਰਬਾਰ ਸਾਹਿਬ, 24 ਘੰਟੇ ਸਿਮਰਨ। ਕਹਿੰਦੇ ਜਦੋਂ ਤੋਂ ਅਕਾਲ ਪੁਰਖ ਪਰਮਾਤਮਾ ਨੇ ਸੋਝੀ ਬਖਸ਼ ਦਿੱਤੀ, ਮੇਰੀ ਅਰਦਾਸ ਪ੍ਰਵਾਨ ਹੋ ਗਈ। ਸਮਾਂ ਜੋ ਦੇਣਾ ਸੀ ਸੰਸਾਰ ਨੂੰ ਦੇ ਦਿੱਤਾ, ਬਸ ਹੁਣ ਆਪਣੇ ਭਲੇ ਵਾਸਤੇ ਸਿਮਰਨ ਬੰਦਗੀ ਭਗਤੀ ਕਰਨੀ। ਜੈਸੇ ਹੀਰਾ ਮਾਨਕ ਅਮੋਲ ਹੋਤ ਹਾਟ ਹੀ ਮੈਂ, ਗਾਏ ਕੈ ਦਿਖਾਏ ਬੜਤਾ ਬਸੇਕ ਪਾਈਐ। ਹੁਣ ਜਿਹੜੀ ਗੱਲ ਕਹਿਣੀ ਗੁਰਬਾਣੀ ਦੀ ਕੁੰਜੀ ਬਾਣੀ ਹੈ। ਗੁਰਬਾਣੀ ਦੇ ਗੁੱਝੇ ਭੇਦ ਇਸ ਬਾਣੀ ਤੋਂ ਬਗੈਰ ਖੁੱਲ੍ਹ ਨਹੀਂ ਸਕਦੇ। ਕਹਿੰਦੇ ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ। ਪ੍ਰਤੱਖ ਰੂਪ ਪੋਥੀਆਂ ਤਿਆਰ ਕਰਨੀਆਂ ਭਲੇ ਦਾ ਕੰਮ ਹੈ, ਪਰ ਵੱਡਾ ਕੰਮ ਆਪਣੇ ਹਿਰਦੇ ਰੂਪੀ ਕਾਗਜ਼ ਤੇ ਸਿਵਤ ਸਲਾਹ ਬਾਣੀ, ਬਾਣੀ ਦੇ ਅਰਥ ਤੇ ਮਨ ਨੂੰ ਬਣਾ ਕਰਕੇ ਲਖਾਰੀ ਤੇ ਹਿਰਦੇ ਦੇ ਕਾਗਜ਼ ਤੇ ਹੀ ਲਿਖ ਦੇਣੇ। ਆਪਣੇ ਅੰਦਰ ਹੀ ਵਡਿਆਈਆਂ ਦਾ ਸੰਗ੍ਰਹਿ ਬਣਾ ਲੈਣਾ, ਵੱਡਾ ਵੱਡਾ ਇਤਿਹਾਸ ਕੰਠਸਥ ਕਰ ਲੈਣਾ, ਫਿਰ ਸੁਣ ਕੇ ਤੇ ਸੁਣਾ ਕੇ ਖੁਸ਼ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ੍ਹ ਸੁਣ ਲਿਵ ਲਾਈਐ। ਕਹਿੰਦੇ ਸਰੋਤੇ ਵੀ ਇਤਨੀ ਤਾਂਗ ਤੇ ਤੜਫ ਦੇ ਨਾਲ ਸੁਣ, ਤੇ ਸੁਣਾਉਣ ਵਾਲਾ ਵੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਣਾਵੇ। ਫਿਰ ਦੋਨਾਂ ਦਾ ਗਾਵਿਆ ਸੁਣਿਆ ਪ੍ਰਵਾਨ। ਉਹਨਾਂ ਬਖਤਿਆਂ ਤੇ ਸਰੋਤਿਆਂ ਬਾਰੇ ਗੱਲ ਹੈ ਕਿ ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਇਹ ਨਹੀਂ ਬਈ ਪਤਾ ਨਹੀਂ ਕਥਾ ਕਾਹਦੀ ਹੋ ਰਹੀ ਹੈ, ਖਿਆਲ ਹੀ ਨਹੀਂ ਰਿਹਾ। ਬਾਣੀ ਪੜ੍ਹਨ ਵਾਲੇ ਪਤਾ ਨਹੀਂ ਮੈਂ ਕਿਹੜਾ ਸ਼ਬਦ ਪੜ੍ਹ ਰਿਹਾ ਸੀ, ਕਿਹੜੀ ਪੰਕਤੀ ਸੀ, ਖਿਆਲ ਹੀ ਨਹੀਂ। ਉਹ ਸੁਣਤੇ ਤੇ ਬਕਤੇ ਪਵਿੱਤਰ ਨਹੀਂ। ਪਵਿੱਤਰ ਉਹ ਹੈ ਪਵਿੱਤਰ 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 ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਆਪਣੇ ਹਿਰਦੇ 'ਚ। ਤੇ ਜਦੋਂ ਕੋਈ ਗੁਰਮੁਖ ਪਿਆਰਾ ਮਿਲ ਜਾਏ, ਕਬੀਰ ਜੀ ਦਾ ਬਚਨ ਆਉਂਦਾ ਨਾ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਇਹ ਐਵੇਂ ਗਠੜੀ ਨਾ ਕਿਸੇ ਦੇ ਸਾਹਮਣੇ ਖੋਲ ਦੇਈ, ਪਹਿਲਾਂ ਦੇਖੀ ਉਹ ਵਪਾਰੀ ਹੈਗਾ, ਉਹਦੇ ਕੋਲ ਪ੍ਰੇਮ ਦੀ ਭੇਟਾ ਹੈਗੀ ਦੇਣ ਦੀ, ਅੰਦਰ ਤੜਫ ਤੇ ਸੁਣਨ ਦਾ ਉਹ ਆਦੀ ਹੈਗਾ, ਰੱਬ ਦੀ ਗੱਲ ਪਰਮਾਤਮਾ ਦੀ ਗੱਲ। ਕਹਿੰਦੇ ਫੇਰ ਗਠੜੀ ਖੋਲੀ, ਫੇਰ ਤੇਰਾ ਫਾਇਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ। ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1250। ਗੁਰੂ ਅਮਰਦਾਸ ਮਹਾਰਾਜ ਦੀ ਮੁਬਾਰਕ ਰਸਨਾ
ਸ਼ਲੋਕ ਮਹੱਲਾ ਤੀਜਾ। ਮਾਇਆ ਮੋਹਿ ਵਸਾਰਿਆ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਨੂੰ ਰੱਬ ਯਾਦ ਹੈ ਕਿ ਨਹੀਂ। ਜਦੋਂ ਵਿਚਾਰਾਂਗੇ ਵੀ ਜਦੋਂ ਕੋਈ ਔਕੜ, ਕੋਈ ਦੁੱਖ, ਕੋਈ ਤਕਲੀਫ, ਕੋਈ ਵੱਡਾ ਰੋਗ, ਭਾਰੀ ਰੁਕਾਵਟ, ਝੱਟ ਰੱਬ ਨੂੰ ਯਾਦ ਕਰਦੇ ਰੱਬ ਨੂੰ। ਕਬੀਰ ਜੀ ਕਹਿੰਦੇ ਨਹੀਂ। ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ। ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਬਚਪਨ, ਜਵਾਨੀ, ਬੁਢੇਪੇ ਦੇ ਵਿੱਚ, ਹਰ ਵਕਤ ਸਾਹ ਸਾਹ ਸਿਮਰੋ ਗੋਬਿੰਦ। ਜੇ ਪਰਮਾਤਮਾ ਕਿਸੇ ਨੂੰ ਯਾਦ ਨਹੀਂ ਆ ਰਿਹਾ ਤੇ ਉਹ ਇਹ ਮੰਨ ਲਵੇ ਕਿ ਮਾਇਆ ਦੇ ਹੱਥੋਂ ਵਿਕ ਚੁੱਕਾ ਹੈ, ਉਹ ਮਾਇਆ ਦੀ ਗ੍ਰਿਪ 'ਚ ਆ ਗਿਆ, ਮਾਇਆ ਨੇ ਉਹਦੀ ਸਵਾਰੀ ਕਰ ਲਈ। ਉਹ ਮਾਇਆ ਉਹਨੂੰ ਸੁਰਤੇ ਨਹੀਂ ਲੈਣ ਦਿੰਦੀ ਕਿ ਉਹ ਰੱਬ ਦਾ ਨਾਮ ਜਪ ਲਵੇ। ਇਸ ਕਰਕੇ ਸਾਧੋ ਇਹੋ ਜਗ ਭਰਮ ਭਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਕਾਨਾ। ਕਿਸੇ ਨੂੰ ਵੀ ਪੈਸੇ ਧਨ ਕਮਾਉਣ ਦਾ ਢੰਗ ਤਰੀਕਾ, ਬਿਜ਼ਨਸ ਦੇ ਵਿੱਚ ਘੱਟ ਸਮੇਂ 'ਚ ਕਾਮਯਾਬੀ ਦੀ ਸਲਾਹ ਦਿਓ, ਸਾਰੀਆਂ ਗੱਲਾਂ ਬਾਤਾਂ ਛੱਡ ਕੇ ਧਿਆਨ ਨਾਲ ਸੁਣੇਗਾ। ਕਿਸੇ ਨੂੰ ਰੱਬ ਮਿਲਣ ਦਾ ਰਸਤਾ, ਧਰੂ ਪ੍ਰਹਿਲਾਦ, ਨਾਮਦੇਵ, ਫਰੀਦ, ਰਾਮਾਨੰਦ, ਪਰਮਾਨੰਦ, ਪੀਪਾ ਤੇ ਧੰਨੇ ਦੀ ਗੱਲ ਸੁਣਾਓ, ਫਿਰ ਤੁਸੀਂ ਖੁਦ ਹੀ ਰਿਜ਼ਲਟ ਲੈ ਲੈਣਾ ਵੀ ਸੁਣਨ ਦਾ ਕਿੰਨਾ ਕੁ ਚਾਅ ਆ ਤੇ ਸੁਣਾਉਣ ਵਾਲੇ ਨੂੰ ਇਹ ਸੁਣਾਉਣ ਦਾ ਕਿੰਨਾ ਕੁ ਚਾਅ ਹੈ। ਇੱਦਾਂ ਸੁਣਨਗੇ ਵੀ ਕਿਸੇ ਦੀ ਗੱਲ ਹੈ, ਇਹ ਸਾਨੂੰ ਨਹੀਂ ਲੋੜ, ਸਾਨੂੰ ਰੱਬ ਤੱਕ ਪਹੁੰਚਣ ਦੀ ਲੋੜ ਹੀ ਨਹੀਂ, ਐਸਾ ਸਿਮਰਨ ਕਰਨ ਦੀ ਸਾਨੂੰ ਨਹੀਂ ਲੋੜ ਵੀ ਜਿਹੜਾ ਸਿਮਰਨ ਰੱਬ ਮਿਲਾ ਦੇਵੇ, ਜੀਵਨ ਮੁਕਤ ਕਰ ਦੇਵੇ ਸਾਨੂੰ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਇਸ ਜੀਵ ਨੂੰ ਮਾਇਆ ਮੋਹਿ ਵਸਾਰਿਆ। ਮੋਹ ਕਰਕੇ ਇਸ ਮਾਇਆ ਨੇ ਇਸ ਜੀਵ ਨੂੰ ਪਰਮਾਤਮਾ ਵਸਾਰ ਦਿੱਤਾ। ਗੁਰ ਕਾ ਭਉ ਹੇਤ ਅਪਾਰ, ਨਾ ਗੁਰੂ ਦਾ ਡਰ ਹੈ, ਨਾ ਗੁਰੂ ਨਾਲ ਪਿਆਰ ਹੈ, ਨਾ ਜਿਸ ਦਾ ਕੋਈ ਅੰਤ ਨਹੀਂ, ਪਾਰਾਵਾਰ ਤੋਂ ਰਹਿਤ ਪਰਮਾਤਮਾ ਹੈ, ਤੇ ਨਾ ਉਸ ਨੂੰ ਜਾਣਨ ਦੀ ਕੋਈ ਕੋਸ਼ਿਸ਼ ਹੈ, ਕੁਛ ਵੀ ਨਹੀਂ ਹੈ। ਮਹਾਰਾਜ ਜੀ ਕਾਰਨ ਐਡਾ ਵੱਡਾ ਮੱਤ ਤੇ ਪੜਦਾ ਕਿਵੇਂ ਪੈ ਗਿਆ? ਕਹਿੰਦੇ ਲੋਭ ਲਹਿਰ ਸੁਧ ਮੱਤ ਗਈ। ਲਹਿਰਾਂ ਤੇ ਅਛਾੜੀਆਂ ਦੇਖੀਆਂ ਨਦੀਆਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਹਵਾ ਦੇ ਨਾਲ। ਵੱਡੇ ਵੱਡੇ ਤੈਰਾਕ, ਵੱਡੇ ਵੱਡੇ ਤਾਰੂ, ਵੱਡੇ ਵੱਡੇ ਗੁਰਮੁਖ ਪਿਆਰਿਓ ਗੋਤੇ ਖੋਰਾਂ ਦਾ ਵੀ ਕਈ ਵੇਲੇ ਪਾਣੀ 'ਚ ਭੋਗ ਪੈ ਜਾਂਦਾ। ਉਹ ਉਸ ਲਹਿਰ ਦੀ ਲਪੇਟ 'ਚ ਆ ਜਾਂਦੇ ਆ। ਉਸ ਪਾਣੀ ਤੇ ਤੂਫਾਨ ਜੋ ਪਾਣੀ ਦੇ ਵਿੱਚ ਆਇਆ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਆ। ਬੰਦਿਆਂ ਦੀ ਗੱਲ ਛੱਡੋ, ਹਜ਼ਾਰਾਂ ਟੰਨਾਂ ਦੇ ਸ਼ਿਪ, ਪਾਣੀ ਵਾਲੇ ਜਹਾਜ਼ ਲਪੇਟ 'ਚ ਆ ਕੇ ਡੁੱਬ ਜਾਂਦੇ ਆ। ਪੜ੍ਹਦੇ ਆ ਨਾ, ਸੁਣਦੇ ਆ। ਇਹ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਪ੍ਰਮਾਣ ਦੇ ਰਹੇ ਆ ਵੀ ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਜਿਹੜੀਆਂ ਲੋਭ ਦੀਆਂ ਲਹਿਰਾਂ ਆ, ਲੋਭ ਦਾ ਤੂਫਾਨ ਜੋ ਚੱਲ ਰਿਹਾ ਹੈ, ਉਸ ਲੋਭ ਲਹਿਰ ਦੇ ਤੂਫਾਨ ਦੇ ਵਿੱਚ ਜਿਹੜਾ ਲੋਭੀ ਪੁਰਸ਼ ਹੈ, ਹਰ ਇੱਕ ਚੀਜ਼ ਦਾ ਲੋਭ ਕਰਨ ਵਾਲਾ, ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹੇ ਤਨ ਮੇਰਾ, ਜਮ ਕਾ ਡੰਡ ਮੂਡ ਮੈਂ ਲਾਗੈ, ਖਿਨ ਮੈਂ ਕਰਹਿ ਨਵੇਰਾ। ਹੋਰ ਸਮਝਣਾ ਚਾਹੁੰਦੇ ਹੋ ਤੇ ਤੁਹਾਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ, ਡਰਾਮਿਆਂ ਦੇ ਵਿੱਚ, ਘਰ ਦੇ ਫੰਕਸ਼ਨਾਂ ਦੇ ਵਿੱਚ ਨਾ ਬਾਜੇ ਵਾਲੇ ਕੁਛ ਤੁਹਾਨੂੰ ਕਹਿੰਦੇ ਆ, ਨਾ ਨੱਚਣ ਟੱਪਣ ਵਾਲੇ ਤੁਹਾਨੂੰ ਕਹਿੰਦੇ ਆ, ਨਾ ਘਰ ਬਾਰੇ ਤੁਹਾਨੂੰ ਕੁਛ ਕਹਿੰਦੇ, ਕੁਛ ਨਹੀਂ ਤੁਹਾਨੂੰ ਕਹਿੰਦੇ। ਤੁਹਾਨੂੰ ਆਮੰਤਰਣ ਦਿੱਤਾ, ਤੁਸੀਂ ਚੱਲ ਗਏ। ਪਰ ਅਸੀਂ ਕੀ ਕਰਦੇ ਹਾਂ ਤੇ ਐਨੇ ਤਾ ਦੇ ਵਿੱਚ ਆਉਂਦੇ ਆ, ਕੱਢ ਕੱਢ ਕੇ ਜੇਬਾਂ ਦੇ ਵਿੱਚੋਂ ਫਿਰ ਖਿਲਾਰਦੇ ਆ ਮਾਇਆ ਉਹਨਾਂ ਦੇ ਸਿਰਾਂ ਤੋਂ। ਖਿਲਾਰਦੇ ਆ ਨਾ, ਕਿਉਂਕਿ ਘਰ ਵਾਲੇ ਖੁਸ਼ ਹੋਣ,
ਤੇ ਨੱਚਣ ਟੱਪਣ ਗਾਉਣ ਵਾਲੇ ਖੁਸ਼ ਹੋਣ ਵੀ ਇਹ ਤਾਂ ਵੱਡਾ ਦਾਨੀ ਆ। ਤੇ ਜੇ ਸੇਵਾਦਾਰ, ਪ੍ਰਬੰਧਕ ਵੀਰ, ਮੰਦਰ, ਮਸਜਿਦ, ਗੁਰਦੁਆਰਾ ਸਾਹਿਬ, ਦੀਵਾਨ ਹਾਲ ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਤਸੰਗਤ ਵਾਸਤੇ ਵੱਡੇ ਲੰਗਰ ਹਾਲ ਬਣਾਉਣ ਵਾਸਤੇ ਤੇ ਜੇ ਹੱਥ ਜੋੜਨ ਤਾਂ ਕਿੰਨੀ ਵਾਰੀ ਸੋਚਣਾ। ਕੋਈ ਬਿਰਲੀ ਰੂਹ ਹੈ, ਹੇ ਅਕਾਲ ਪੁਰਖ, ਇਹ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ, ਅਸੀਂ ਕੌਣ ਦੇਣ ਵਾਲੇ ਹਾਂ? ਇਹ ਤਾਂ ਆਪ ਦੀ ਦਿੱਤੀ ਹੋਈ ਮਾਇਆ, ਆਪ ਜੀ ਦੇ ਚਰਨਾਂ 'ਚ ਇਹ ਪ੍ਰਵਾਨ ਹੋ ਜਾਵੇ। ਇਹ ਤੋਂ ਹੋਰ ਵੱਡੀ ਗੱਲ ਕਿਹੜੀ ਹੈ? ਮਾਇਆ ਵੀ ਹੱਥੜੇ ਮਾਰ ਮਾਰ ਕੇ ਰੋਂਦੀ ਆ ਜਦੋਂ ਕਹਿੰਦੀ ਮੈਂ ਸੁੰਮਾਂ ਦੇ ਹੱਥ ਲੱਗ ਜਾਂਦੀ ਆ। ਪੁਰਾਤਨ ਸਮਿਆਂ 'ਚ ਕਹਿੰਦੇ ਘੜੇ 'ਚ ਕਰਕੇ ਬੰਦ ਤੇ ਮੈਨੂੰ ਧਰਤੀ 'ਚ ਵਿਹੜਿਆਂ 'ਚ ਦੱਬ ਦਿੰਦੇ ਆ, ਕੰਧਾਂ ਦੇ ਵਿੱਚ ਦੱਬ ਦਿੰਦੇ ਆ। ਮਾਇਆ ਕਹਿੰਦੀ ਮੈਨੂੰ ਸਾਹ ਨਹੀਂ ਆਉਂਦਾ। ਇਹ ਪ੍ਰਮਾਣ ਦਿੱਤੇ ਧਾਰਮਿਕ ਗ੍ਰੰਥਾਂ ਨੇ, ਉਹ ਵੀ ਰੋ ਰਹੀ ਹੈ। ਤੇ ਦਾਨੀ ਪੁਰਸ਼ਾਂ ਤੇ, ਭਗਤਾਂ ਸੰਤਾਂ ਤੇ, ਗੁਰਮੁਖਾਂ ਦੇ ਕੋਲ ਜਿਹੜੀ ਦਸਾਂ ਨੋਹਾਂ ਦੀ ਕਿਰਤ ਕਰਕੇ ਤੇ ਉਹਨਾਂ ਦੇ ਕੋਲ ਧਨ ਆਉਂਦਾ, ਉਹ ਧਨ ਖੁਸ਼ ਹੋ ਜਾਂਦਾ ਵੀ ਮੇਰਾ ਵੀ ਜੀਵਨ ਸਫਲ ਹੋ ਜਾਣਾ, ਕਿਉਂਕਿ ਮੈਂ ਲੋੜਵੰਦਾਂ ਦੀ ਸਹਾਇਤਾ ਦੇ ਵਾਸਤੇ ਮੈਂ ਕੰਮ ਆ ਸਕੂੰਗੀ। ਧਾਰਮਿਕ ਅਸਥਾਨ ਬਣਨਗੇ, ਰਸਤਾਂ ਵਸਤਾਂ ਆਉਣਗੀਆਂ, ਲੋੜਵੰਦ ਲੰਗਰ ਪ੍ਰਸ਼ਾਦਾ ਛਕਣਗੇ, ਨੰਗਿਆਂ ਨੂੰ ਭੋਜਨ ਮਿਲੇਗਾ। ਜਿਨ੍ਹਾਂ ਪਰਿਵਾਰਾਂ ਨੂੰ ਲੋੜ ਹੈ, ਲੋੜਵੰਦ ਪਰਿਵਾਰਾਂ ਦੇ ਮੈਂ ਕੰਮ ਆ ਸਕਦੀ ਹਾਂ, ਖੁਸ਼ ਹੋ ਰਹੀ ਹੈ। ਇਹ ਦੋ ਰੂਪ ਦੱਸੇ ਆ ਖਾਸ ਕਰਕੇ। ਇਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ, ਤਾਂ ਮੈਂ ਬੇਨਤੀ ਕਰ ਰਿਹਾ ਵੀ ਲੋਭ ਲਹਿਰ ਸੁਧ ਮਤ ਗਈ। ਕਹਿੰਦੇ ਸੁਧ ਮੁੱਤ ਬੁੱਧ ਇਹ ਬੇਹੋਸ਼ ਹੋ ਗਿਆ, ਲੋਭ ਦੇ ਵਿੱਚ ਗਰਸਿਆ ਗਿਆ, ਇਹਨੂੰ ਪਤਾ ਹੀ ਕੁਝ ਨਹੀਂ। ਕਹਿੰਦੇ ਵੀ ਕੀ ਨਿਸ਼ਾਨੀ ਹੈ ਲੋਭੀ ਪੁਰਸ਼ ਦੀ, ਜਿਹਦੀ ਮੱਤ ਤੇ ਪੜਦਾ ਪਿਆ? ਕਹਿੰਦੇ ਸੱਚ ਨਾ ਲੱਗੇ ਪਿਆਰ। ਇਹਦਾ ਪਿਆਰ ਪਰਮਾਤਮਾ ਦੇ ਨਾਲ ਨਹੀਂ, ਸਤਿਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ। ਇਹ ਵੱਡੇ ਭਾਗ ਨਹੀਂ ਆਪਣੇ ਆਪ ਨੂੰ ਸਮਝਦਾ ਵੀ ਸਮਾਂ ਤੇ ਸਵਾਸ ਉਹੀ ਸਫਲ ਹੈ। ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਪਿਆਰ ਕਿੱਥੇ ਬਣਦਾ? ਜਿੱਥੇ ਆਪ ਜੀ ਆ ਕੇ ਬੈਠੇ ਹੋ। ਕਿਸੇ ਨੂੰ ਦੇਖੀਏ ਨਾ, ਕਿਸੇ ਨੂੰ ਮਿਲੀਏ ਨਾ, ਕਿਸੇ ਨਾਲ ਗੱਲਾਂ ਬਾਤਾਂ ਨਾ ਕਰੀਏ, ਪਿਆਰ ਹੋ ਜਾਵੇਗਾ? ਨਹੀਂ ਨਾ। ਹੁਣ ਸਤਿਗੁਰਾਂ ਦੇ ਦਰਸ਼ਨ ਨਾ ਕਰੀਏ, ਸਤਿਗੁਰਾਂ ਦੀ ਬਾਣੀ ਵਿਚਾਰੀਏ ਨਾ, ਕੀਰਤਨ ਵਿਆਖਿਆ ਸਤਸੰਗਤ ਦੇ ਵਿੱਚ ਆ ਕੇ ਨਾ ਬੈਠੀਏ, ਸੱਚ ਕਰਕੇ ਆਪਣੇ ਆਪ ਨੂੰ ਪੁੱਛਿਓ ਕਿ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਊਗਾ, ਪਰਮਾਤਮਾ ਦੇ ਨਾਲ ਪਿਆਰ ਹੋ ਜਾਵੇਗਾ। ਕਹਿੰਦੇ ਲੋਭ ਲਹਿਰ ਸੁਧ ਮਤ ਗਈ, ਸੱਚ ਨਾ ਲੱਗੈ ਪਿਆਰ ਮਨ ਰੇ, ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰੇ ਨਰ ਨਿਲਜ ਲਾਜ ਤੋਹੇ ਨਾਹੇ, ਮਰ ਨਾ ਜਾਹੇ ਜਿਨਾ ਬਿਸਰਤ ਰਾਮ। ਐਸੇ ਬਚਨ ਲੋਭ ਲਹਿਰ ਸੁਧ ਮਤ ਗਈ, ਸੱਚ ਨਾ ਲੱਗੈ ਪਿਆਰ। ਹੁਣ ਗੁਰਮੁਖਾਂ ਦੇ ਬਾਰੇ ਕਹਿੰਦੇ ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸੈ, ਗੁਰੂ ਦੇ ਮੁਖ ਦੁਆਰਾ ਜੋ ਇਹ ਪਾਵਨ ਪਵਿੱਤਰ ਬਾਣੀ ਆ, ਇਹ ਜੋ ਸ਼ਬਦ ਜੀ ਦੇ ਮਨ ਵਿੱਚ ਵਸ ਜਾਣ, ਕਹਿੰਦੇ ਦਰਗਹਿ ਮੋਖ ਦੁਆਰ, ਕਹਿੰਦੇ ਮੁਕਤ ਉਸੇ ਹੀ ਵਕਤ, ਕੋਈ ਸਮਾਂ ਨਹੀਂ ਲੱਗਣਾ। ਕੋਈ ਗਾਵੈ ਕੋ ਸੁਨੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਉਸੇ ਹੀ ਵਕਤ ਮੁਕਤੀ ਨੂੰ ਅਹਿਸਾਸ ਇਹ ਜੀਵ ਕਰ ਲੈਂਦਾ, ਜਿਸ ਛਿਨ ਪਰਮਾਤਮਾ ਦੇ ਨਾਲ ਜੁੜ ਜਾਂਦਾ। ਨਾਨਕ ਆਪੇ ਮੇਲ ਲਏ, ਆਪੇ ਬਖਸ਼ਣਹਾਰ। ਕਹਿੰਦੇ ਜਦੋਂ ਫਿਰ ਪਰਮਾਤਮਾ ਦੇ ਨਾਲ ਇੱਕ ਮਿੱਕੇ ਜੀਵ ਹੋ ਜਾਂਦਾ ਨਾ, ਫਿਰ ਪੁੱਛਣ ਤੇ ਭਾਈ ਪਾਰੋ ਵਰਗੇ ਇਹ ਨਹੀਂ ਕਹਿੰਦੇ ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਮੈਂ ਡੱਲੇ ਨਗਰ ਤੋਂ ਗੋਇੰਦਵਾਲ ਸਾਹਿਬ ਹਰ ਰੋਜ਼ ਆਉਂਦਾ ਸੀ, ਰਾਤ ਨੂੰ ਆ ਜਾਂਦਾ ਸੀ। ਕੀ ਕਿਹਾ? ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ। ਇਹ ਗਰੀਬ ਨਵਾਜ਼ ਜੀ
ਬਖਸ਼ਣਹਾਰ ਹੈ, ਮੈਨੂੰ ਬਖਸ਼ ਲਿਆ, ਮੈਨੂੰ ਚਰਨਾਂ ਦੇ ਨਾਲ ਜੋੜ ਲਿਆ। ਇਹ ਨਿਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਜੀ ਨੇ। ਮਹੱਲਾ ਚੌਥਾ, ਗੁਰੂ ਰਾਮਦਾਸ ਮਹਾਰਾਜ ਦਾ ਬਚਨ। ਨਾਨਕ ਜਿਸ ਬਿਨ ਘੜੀ ਨਾ ਜੀਵਨਾ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਇਹ ਜੀਵ ਬੜੀ ਜ਼ਿੰਦਗੀ ਰੱਬ ਨੂੰ ਵਿਸਾਰ ਕੇ ਬਰਬਾਦ ਕਰ ਲਈ। ਤੈਨੂੰ ਪਤਾ ਹੈ ਜੇ ਇੱਕ ਛਿਨ ਮਾਤਰ ਵੀ ਪਰਮਾਤਮਾ ਨੂੰ ਜਿਹੜਾ ਭੁੱਲ ਕੇ ਜਿਉਣਾ, ਉਹ ਧਰਤੀ ਤੇ ਭਾਰ ਆ, ਉਹਦੀ ਕੀਮਤ ਕੋਈ ਨਹੀਂ ਮਿਲਣੀ ਤੈਨੂੰ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਵੱਡਾ ਰੋਗ, ਰੋਗਾਂ ਦਾ ਨਾਮ ਕਾਹਤੇ ਨਹੀਂ ਲਿਆ? ਕਿਉਂਕਿ ਜਿੰਨੇ ਵੀ ਰੋਗ ਬਿਮਾਰੀਆਂ ਸਾਡੀ ਪਕੜ ਦੇ ਵਿੱਚ ਆਈਆਂ, ਇਹ ਸਾਰੀਆਂ ਬਿਮਾਰੀਆਂ ਤੇ ਸਾਰਿਆਂ ਰੋਗਾਂ ਤੋਂ ਵੱਡਾ ਰੋਗ ਇਸ ਜੀਵ ਨੂੰ ਚਿੰਬੜ ਜਾਂਦਾ, ਜਿਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਯਾਦ ਨਹੀਂ। ਪਿਆਰ ਅਤੇ ਪ੍ਰੇਮ ਦੇ ਨਾਲ ਜੋ ਸਿਮਰਨ ਨਹੀਂ ਕਰਦਾ। ਹੁਣ ਤਾਂ ਮਨ ਕਰਦਾ ਨਾ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਉੱਚੀ ਆਵਾਜ਼ ਦੇਖ ਲਓ, ਗਿਣਤੀ ਦੇਖੋ ਕਿੰਨੀ ਆਪਣੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤ। ਲੈ ਲੋ ਲਾਹਾ, ਲਵਾ ਲੋ ਹਾਜ਼ਰੀਆਂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਨਾਨਕ ਜਿਸ ਬਿਨ ਘੜੀ ਨਾ ਜੀਵਣਾ। ਕਹਿੰਦੇ ਘੜੀ ਮਾਤਰ ਵੀ ਜੇ ਕੋਈ ਪਰਮਾਤਮਾ ਨੂੰ ਭੁੱਲ ਕੇ ਜੀ ਰਿਹਾ, ਬਿਸਰੇ ਸਰੇ ਨਾ ਬਿੰਦ। ਕਹਿੰਦੇ ਜਿਹਨੂੰ ਵਿਸਾਰਨ ਕਰਕੇ ਇੱਕ ਮਤਲਬ ਖਿੰਨ ਮਾਤਰ ਵੀ ਜੀਵ ਦਾ ਸਰ ਨਹੀਂ ਸਕਦਾ, ਕਿਉਂਕਿ ਖਿੰਨ ਖਿੰਨ ਪਰਮਾਤਮਾ ਇਹਨੂੰ ਜੀਵਨ ਦਾਤ ਦੇ ਰਿਹਾ। ਖਿੰਨ ਖਿੰਨ ਇਸ ਨੂੰ ਸਵਾਸ ਦੇ ਰਿਹਾ। ਜੇ ਕੋਈ ਸਵਾਸ ਪਰਮਾਤਮਾ ਦੀ ਜਾਤ ਤੋਂ ਬਗੈਰ ਇਹ ਲੈ ਰਿਹਾ ਤੇ ਇਹਦੇ ਵਾਸਤੇ ਬਹੁਤ ਵੱਡਾ ਰੋਗ ਹੈ। ਉਹ ਜੋ ਵਿਛੋੜਾ, ਉਹ ਜੋ ਘੜੀ ਪਲ ਚੱਸਾ ਨਿਮਕ, ਉਹਦੀ ਕੀਮਤ ਕੋਈ ਨਹੀਂ ਹੈ। ਕੀਮਤ ਉਸੇ ਸਮੇਂ ਦੀ ਆ ਜਿਸ ਸਮੇਂ ਦੇ ਵਿੱਚ ਇਸ ਜੀਵ ਨੇ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ। ਹੁਣ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ, ਤਿਸ ਸਿਉ ਕਿਉ ਮਨ ਰੂਸੀ ਹੈ, ਜਿਸੈ ਹਮਾਰੀ ਚਿੰਦ। ਚਿੰਦ ਦਾ ਮਤਲਬ ਜਿਹੜਾ ਸਵਾਸ ਸਵਾਸ ਸਾਡੀ ਸੰਭਾਲ ਕਰਦਾ ਤੇ ਹਰ ਸਵਾਸ ਸਾਨੂੰ ਦੇ ਰਿਹਾ। ਦਿਨ ਰਾਤ ਐਡੀ ਵੱਡੀ ਜ਼ਿੰਦਗੀ ਅਕਾਲ ਪੁਰਖ ਪਰਮਾਤਮਾ ਨੇ ਦਿੱਤੀ, ਜਿਸ ਦੇ ਹੱਥ ਸਾਡੇ ਜੀਵਨ ਦੀ ਡੋਰੀ ਹੈ, ਉਹਦੇ ਨਾਲ ਤੂੰ ਰੋਸ ਕਰ ਰਿਹਾ। ਰੋਸ ਦਾ ਮਤਲਬ ਜਿਹਦੇ ਨਾਲ ਤੁਸੀਂ ਗੁੱਸੇ ਹੋ ਜਾਓ, ਪਤਾ ਨਾ ਤੁਸੀਂ ਉਹਦੇ ਨਾਲ ਬੋਲਦੇ ਨਹੀਂ। ਜਿਹਦੇ ਨਾਲ ਤੁਸੀਂ ਰੁੱਸ ਜਾਓ, ਤੁਸੀਂ ਉਹਦੀਆਂ ਗੱਲਾਂ ਨਹੀਂ ਕਰਦੇ, ਸੁਣਦੇ ਵੀ ਨਹੀਂ ਸੁਣਦੇ ਨਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਤੂੰ ਪਰਮਾਤਮਾ ਆਪਣੇ ਮਾਲਕ ਤੇ ਅਲੰਭਾ ਤੇ ਮਾਲਕ ਦੇ ਨਾਲ ਇਹ ਗੁੱਸਾ, ਮਾਲਕ ਦੇ ਨਾਲ ਰੁੱਸ ਗਿਆ ਲੱਗਦਾ ਵੀ ਉਹਦਾ ਨਾਮ ਲੈਣ ਨੂੰ ਰਾਜੀ ਨਹੀਂ। ਉਹਦੀ ਮਹਿਮਾ ਵਡਿਆਈ ਸਿਫਤ ਸਲਾਹ ਕਥਾ ਕੀਰਤਨ ਸੁਣਨ ਵਾਸਤੇ ਰਾਜੀ ਨਹੀਂ, ਜਿਹੜਾ ਹਰ ਇੱਕ ਜੀਵ ਦੀ ਹਰ ਵਕਤ ਸੰਭਾਲ ਕਰ ਰਿਹਾ ਹੈ। ਮਹੱਲਾ ਚੌਥਾ, ਸਾਵਨ ਆਇਆ ਚਿਮ ਚਿਮਾ, ਹਰ ਗੁਰਮੁਖ ਨਾਮ ਧਿਆਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਹੜੇ
ਖਿੰਨ ਖਿੰਨ ਸਵਾਸ ਸਵਾਸ ਜੁੜੀਆਂ ਹੋਈਆਂ ਰੂਹਾਂ, ਉਹਨਾਂ ਦਾ ਮਾਨੋ ਐਸਾ ਜੀਵਨ ਹੈ ਕਿ ਸਦਾ ਹੀ ਸਾਵਨ ਹੈ, ਸਦਾ ਹੀ ਭਾਦੋਂ ਹੈ, ਸਦਾ ਹੀ ਬਾਰਿਸ਼ ਹੋ ਰਹੀ ਹੈ, ਅੰਮ੍ਰਿਤ ਦਾ ਝਰਨਾ ਚੱਲ ਰਿਹਾ ਹੈ, ਝਿਮ ਝਿਮ ਬਰਸੈ ਅੰਮ੍ਰਿਤ ਧਾਰਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਐਸੀ ਕਿਰਪਾ ਕਹਿੰਦੇ ਸਾਵਨ ਆਇਆ ਝਿਮ ਝਿਮਾ ਉਹਨਾਂ ਦੇ ਜੀਵਨ ਦੇ ਵਿੱਚ, ਜਦੋਂ ਅੰਮ੍ਰਿਤ ਦਾ ਝਰਨਾ, ਨਾਮ ਦਾ ਬਾਸਾ, ਸ਼ਬਦ ਦਾ ਟਕਾ, ਰੋਮ ਰੋਮ ਦੇ ਵਿੱਚ ਸਿਮਰਨ, ਕਹਿੰਦੇ ਐਸੀ ਅਵਸਥਾ ਕਿੱਦਾਂ ਉਹਨਾਂ ਨੂੰ ਪ੍ਰਾਪਤ ਹੋਈ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਗੁਰਮੁਖ ਨਾਮ ਧਿਆਏ, ਉਹਨਾਂ ਨੇ ਸਿਮਰਨ ਹੀ ਇੰਨਾ ਕੀਤਾ, ਦਿਨ ਰਾਤ ਇੱਕ ਕਰ ਦਿੱਤੀ। ਪਰਮਾਤਮਾ ਦਾ ਸਿਮਰਨ ਕਰ ਕਰਕੇ ਐਸੀ ਅਵਸਥਾ ਨੂੰ ਉਹ ਪ੍ਰਾਪਤ ਹੋ ਗਏ। ਬਿਰਤੀ ਲਿਵ ਅਠੇ ਪੈਰ ਇਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਸਰੀਰਕ ਦੁੱਖ ਹੋਵੇ, ਸੁੱਖ ਹੋਵੇ, ਘਾਟਾ ਹੋਵੇ, ਵਾਧਾ ਹੋਵੇ, ਇੱਕ ਰਸ, ਐਸੀ ਅਵਸਥਾ ਨੂੰ ਪ੍ਰਾਪਤ ਹੋ ਗਏ। ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਨਾ ਕੋਈ ਦੁੱਖ ਰਿਹਾ, ਨਾ ਕਿਸੇ ਪਦਾਰਥ ਦੀ ਭੁੱਖ ਰਹੀ, ਨਾ ਕੋਈ ਅੰਦੇਸਾ ਭਰਮ ਭੁਲੇਖਾ ਰਿਹਾ। ਨਾਮ ਨੇ ਸਭ ਕੁਝ ਖਤਮ ਕਰਤਾ, ਸਾਰੇ ਭੁਲੇਖੇ ਸ਼ੰਕੇ ਸਾਰੇ ਖਤਮ ਕਰ ਦਿੱਤੇ। ਮਿਉਂ ਬੁੱਠਾ ਸ਼ਹਿਬਰ ਲਾਏ, ਜਿਸ ਤਰ੍ਹਾਂ ਮੋਹਲੇ ਧਾਰ ਬੜੇ ਜ਼ੋਰ ਦੇ ਨਾਲ ਮੀਂਹ ਪਵੇ, ਫਿਰ ਉਹ ਗਲੀਆਂ ਚੋਂ, ਰੋੜਾਂ ਚੋਂ, ਸੜਕਾਂ ਚੋਂ, ਖੇਤਾਂ ਚੋਂ ਜਿਹੜਾ ਪਾਣੀ ਤੇਜ਼, ਜਿਹੜਾ ਵੇਗ ਹੈ, ਉਹ ਸਭ ਕੁਝ ਰੜਾ ਕੇ ਲੈ ਜਾਂਦਾ, ਹੜਾ ਕੇ ਲੈ ਜਾਂਦਾ। ਉਹ ਫਿਰ ਸਮੁੰਦਰ ਤੇ ਚੋ ਨਹਿਰਾਂ ਦੇ ਵਿੱਚ ਜਾ ਕੇ ਸੱਟ ਦਿੰਦਾ। ਜੋ ਨਹਿਰਾਂ ਚੋ ਇਤ ਆਦਿਕ ਹੈ, ਇਹ ਫਿਰ ਸਭ ਕੁਝ ਚੱਕ ਕੇ ਉਸ ਸਾਗਰ ਦੇ ਵਿੱਚ ਜਾ ਕੇ ਮਿਲ ਜਾਂਦੇ ਆ, ਜਿਹੜਾ ਸਾਗਰ ਕਦੀ ਗੰਦਾ ਹੋ ਨਹੀਂ ਸਕਦਾ, ਜਿਹੜਾ ਹਮੇਸ਼ਾ ਹੀ ਪਵਿੱਤਰ ਰਹਿੰਦਾ। ਕਹਿੰਦੇ ਪਾਣੀ ਕਦੇ ਵੀ ਅਪਵਿੱਤਰ ਨਹੀਂ ਹੁੰਦਾ। ਬਹੁਤ ਵੱਡਾ ਗੁਣ ਆ ਪਾਣੀ ਦੇ ਵਿੱਚ। ਸਾਰੀ ਦੁਨੀਆ ਦੀ ਗੰਦਗੀ ਆਪਣੇ ਵਿੱਚ ਲੈ ਕੇ ਫਿਰ ਸਵੱਛ ਦਾ ਸਵੱਛ ਰਹਿੰਦਾ। ਪੂਰੀ ਗੰਦਗੀ ਨੂੰ ਥੱਲੇ ਬਿਠਾ ਕੇ ਫਿਰ ਨਿਰਮਲ ਦਾ ਨਿਰਮਲ, ਪਸ਼ੂ ਪੀਵੇ, ਪੰਛੀ ਪੀਵੇ, ਕੋਈ ਜਾਨਵਰ ਪੀਵੇ, ਮਨੁੱਖ ਪੀਵੇ, ਬਨਾਸਪਤੀਆਂ ਨੂੰ ਇਹ ਜੀਵਨ ਦਿੰਦਾ ਪਰਮਾਤਮਾ ਦੇ ਹੁਕਮ 'ਚ। ਸਭ ਧਰਤ ਭਈ ਹਰਿਆਵਲੀ, ਅੰਨ ਜੰਮਿਆ ਬੋਹਲ ਲਾਏ। ਕਹਿੰਦੇ ਜਿਸ ਤਰ੍ਹਾਂ ਕਿਸਾਨ ਖੇਤੀ ਕਰਨ ਵਾਲੇ ਦੇ ਵਾਸਤੇ ਸਮੇਂ ਸਮੇਂ 'ਤੇ ਬੱਤ ਲੱਗੇ, ਤੇ ਜਦੋਂ ਜ਼ਰੂਰਤ ਹੋਵੇ ਪਾਣੀ ਦੀ, ਬਾਰਿਸ਼ ਪੈ ਜਾਵੇ, ਐਨੀ ਫਸਲ ਹੁੰਦੀ ਆ, ਉਹਦੇ ਵਿਹੜੇ ਭਰ ਜਾਂਦੇ, ਢੇਰ ਲੱਗ ਜਾਂਦੇ, ਕਣਕ ਦੇ, ਮੱਕੀ ਦੇ, ਜਵਾਰ ਦੇ, ਚਰੀ ਦੇ, ਤੇ ਗੁਰਮੁਖ ਪਿਆਰਿਓ ਤੇ ਦਾਲਾਂ ਦੇ, ਜੋ ਵੀ ਉਹ ਬੀਜਦਾ। ਪੁਰਾਣਿਆਂ ਸਮਿਆਂ ਦੇ ਵਿੱਚ ਬੋਹੜ ਲਾਉਂਦੇ ਸੀ, ਜਦੋਂ ਕਣਕਾਂ ਕੱਢਣੀਆਂ, ਛੱਲੀਆਂ ਕੱਢਣੀਆਂ, ਤੇ ਗੁਰਮੁਖ ਪਿਆਰਿਓ ਫਿਰ ਇੱਕ ਥਾਂ ਢੇਰੀ ਲੱਗ ਜਾਂਦੀ ਆ। ਫਿਰ ਖੇਤਾਂ ਚੋਂ ਖੂਹਾਂ ਤੋਂ ਲਿਆ ਕੇ ਫਿਰ ਵਿਹੜੇ 'ਚ ਢੇਰੀ ਲਾ ਦੇਣੀ, ਫਿਰ ਵਿਹੜੇ ਤੋਂ ਅੰਦਰ ਢੇਰੀ ਲਾ ਲੈਣੀ, ਫਿਰ ਅੰਦਰੋਂ ਕੋਠੀ ਦੇ ਵਿੱਚ ਜਿਹੜੀ ਕੱਚੀਆਂ ਕੋਠੀਆਂ ਬਣਾਈਆਂ ਸੀ ਉਹਨਾਂ ਦੇ ਵਿੱਚ ਦਾਣੇ ਪਾ ਲੈਣੇ। ਇਸੇ ਤਰ੍ਹਾਂ ਕੋਠੇ ਭਰ ਦੇਣੇ, ਫਿਰ ਕੋਠਿਆਂ ਤੋਂ ਥੱਲੇ ਲਾ ਲੈਣੇ। ਛੱਤਾਂ ਦੇ ਵਿੱਚ ਹੋਲ ਕੀਤੇ ਹੋਏ ਸਨ। ਇਹ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਮਾਣ ਦਿੰਦੇ ਆ, ਨਾਮ ਦਾ ਧਨ ਕਮਾ ਕੇ ਨਾਮ ਰਸਿਆ, ਇਸ ਤਰ੍ਹਾਂ ਨਾਮ ਦਾ ਬੋੜ ਲਾ ਲੈਂਦਾ। ਹਰ ਅਚਿੰਤ ਬੁਲਾਵੇ ਕਿਰਪਾ ਕਰ, ਹਰ ਆਪੇ ਪਾਵੇ ਥਾਏ। ਫਿਰ ਬਗੈਰ ਚਿੰਤਾ ਤੋਂ ਜਿਹੜਾ ਵੀ ਆਉਂਦਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਪਿਆਰਾ ਜਾਣ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਫਿਰ ਛਕਾਉਂਦਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹਰ ਤਿਸੇ ਧਿਆਵੋ ਸੰਤ ਜਨੋ, ਜੋ ਅੰਤੇ ਲਏ ਛੜਾਏ। ਐਸੇ ਪਰਮਾਤਮਾ ਦਾ ਸਿਮਰਨ ਕਰੋ
ਜਿਹੜਾ ਹੁਣ ਵੀ ਤੇ ਅੰਤ ਨੂੰ ਵੀ ਤੁਹਾਨੂੰ ਜਮਾਂ ਤੇ ਧਰਮ ਰਾਜੇ ਤੇ ਨਰਕਾਂ ਤੇ ਜੂਨਾਂ ਤੋਂ ਛੁਟਕਾਰਾ ਪਵਾ ਦੇਵੇਗਾ। ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਬਸੈ ਮਨ ਆਏ। ਸਿਮਰਨ ਭਗਤੀ ਬੰਦਗੀ ਕਰਕੇ ਜਿਹੜਾ ਆਨੰਦ ਪ੍ਰਾਪਤ ਹੁੰਦਾ, ਉਹ ਸਦੀਵੀ ਸੁਖ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਇਹ ਜੀਵ ਜਿਨ੍ਹਾਂ ਗੁਰਮੁਖ ਨਾਮ ਅਰਾਧਿਆ, ਤਿਨਾਂ ਦੁੱਖ ਭੁੱਖ ਲਹਿ ਜਾਏ। ਹਰ ਪ੍ਰਕਾਰ ਦੀ ਦੁੱਖ ਭੁੱਖ ਖਤਮ ਹੋ ਜਾਂਦੀ ਹੈ। ਜੋ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਗੁਰਮੁਖ ਪਿਆਰਿਓ ਜੁੜ ਜਾਂਦਾ। ਜਨ ਨਾਨਕ ਤ੍ਰਿਪਤੈ ਗਾਏ ਗੁਣ, ਹਰ ਦਰਸ਼ਨ ਦੇਹੋ ਸੁਭਾਏ। ਜਿਨ੍ਹਾਂ ਦੀ ਪਦਾਰਥਾਂ 'ਚ ਬਿਰਤੀ ਪੂਰੀ ਨਹੀਂ ਹੋਈ, ਸੰਤੁਸ਼ਟ ਨਹੀਂ ਹੋਈ, ਉਹਨਾਂ ਦੀ ਸਿਮਰਨ ਸਾਧਨਾ ਸੇਵਾ ਵੀ ਪਦਾਰਥਾਂ ਦੇ ਬਾਤ 'ਤੇ ਉਹ ਭੁੱਖ ਬਣੀ ਹੀ ਰਹਿੰਦੀ ਆ। ਕੋਈ ਨਾ ਕੋਈ ਭੁੱਖ ਇਹ ਮੈਨੂੰ ਕਹਿਣਗੇ ਸੇਵਾ ਦੇਖ ਕੇ ਸਿਮਰਨ ਕਰ ਦੇਵੇ, ਬਹੁਤ ਵੱਡਾ ਭਗਤ ਬੰਦਾ, ਬਹੁਤ ਵੱਡਾ ਇਹ ਸੇਵਾਦਾਰ ਹੈ। ਉਹ ਕਹਿੰਦੇ ਹਰ ਇੱਕ ਪਾਸਿਓਂ ਉਹ ਤ੍ਰਿਪਤ ਹੋ ਜਾਂਦੇ ਆ। ਉਹ ਆਪਣਾ ਪੂਰੇ ਆਨੰਦ ਦੇ ਵਿੱਚ ਪਰਮਾਤਮਾ ਪਰਮੇਸ਼ਰ ਦੇ ਨਾਲ ਚਰਨਾਂ ਨਾਲ ਜੁੜੇ ਰਹਿੰਦੇ। ਐਸਾ ਸੁਭਾਅ ਪਰਮਾਤਮਾ ਉਹਨਾਂ ਨੂੰ ਪ੍ਰਾਪਤ ਕਰਵਾ ਦਿੰਦਾ। ਪੌੜੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਗੁਰ ਪੂਰੇ ਕੀ ਦਾਤ ਨਿਤ ਦੇਵੈ ਚੜ੍ਹੇ ਸਵਾਈਆ। ਕਹਿੰਦੇ ਜੋ ਕਿਰਪਾ ਕਰਕੇ ਪਰਮਾਤਮਾ ਦਾਤ ਬਖਸ਼ਦਾ ਨਾ, ਨਾਮ ਦੀ ਸਿਫਤ ਸਲਾਹ ਦੀ ਸੇਵਾ ਅਤੇ ਸਿਮਰਨ ਦੀ, ਇਹ ਦਿਨ ਪਰ ਦਿਨ ਨਾਮ ਭਗਤੀ ਬੰਦਗੀ ਦਾ ਰੰਗ, ਸੇਵਾ ਦਾ ਰੰਗ ਦਿਨ ਪਰ ਦਿਨ ਗੂੜਾ ਹੁੰਦਾ। ਦਿਨ ਪਰ ਦਿਨ ਉਸ ਸੇਵਾਦਾਰ ਦੀ ਚੜ੍ਹਦੀ ਕਲਾ ਗੁਰਮੁਖ ਦੀ ਹੁੰਦੀ ਹੈ, ਭਗਤ ਜਨ ਦੀ। ਤੁਸ ਦੇਵੈ ਆਪ ਦਿਆਲ ਨਾ ਛਪੈ ਛਪਾਈਆ। ਇਹ ਜਿਸ ਨੂੰ ਦਾਤ ਪ੍ਰਾਪਤ ਹੋ ਜਵੇ ਫਿਰ ਛੁਪੀ ਨਹੀਂ ਰਹਿੰਦੀ, ਇਹ ਪ੍ਰਗਟ ਹੋ ਜਾਂਦੀ ਹੈ। ਕਿਹਦੀ ਭਗਤੀ ਛੁਪੀ ਹੈ, ਕਿਸ ਦੀ ਅਵਸਥਾ ਛੁਪੀ ਹੈ? ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਤਾਂ ਸੁਭਾਅ ਹੀ ਇਹ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਰੱਬ ਨੂੰ ਪੂਜਿਆ, ਰੱਬ ਦੀ ਸਿਫਤ ਸਲਾਹ ਕੀਤੀ, ਰੱਬ ਪੇ ਸੰਸਾਰ ਦੇ ਵਿੱਚ ਉਹਨਾਂ ਦੀ ਪੂਜਾ ਕਰਾਉਂਦਾ, ਉਹਨਾਂ ਦਾ ਸਤਿਕਾਰ ਕਰਾਉਂਦਾ ਤੇ ਖੁਸ਼ ਹੁੰਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਹਿਰਦੈ ਕਵਲ ਪ੍ਰਕਾਸ਼ ਉਨ ਮਨ ਲਿਵ ਲਾਈਆ। ਅੱਠੇ ਪੈਰ ਬਿਰਤੀ ਦਾ ਟਿਕਾ ਬਣ ਜਾਂਦਾ। ਇਹ ਜਿਹੜਾ ਮੁੰਦਾ ਪਿਆ ਸੀ ਨਾ ਕਵਲ ਹਿਰਦੇ 'ਚ, ਉਹ ਫਿਰ ਬੰਦਗੀ ਭਗਤੀ ਸਿਮਰਨ ਸਾਧਨਾ ਕਰਕੇ ਸਿੱਧਾ ਹੋ ਜਾਂਦਾ। ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ। ਗੱਲਾਂ ਬਾਤਾਂ ਕਰਕੇ ਕੋਈ ਭਗਤ ਗੁਰਮੁਖ ਸੇਵਾਦਾਰ ਸਿਮਰਨ ਵਾਲੀ ਰੂਹ ਦੀ ਰੀਸ ਕਰੇ ਤੇ ਫਿਰ ਉਹ ਰੀਸ ਦੇ ਨਾਲ ਗੱਲ ਨਹੀਂ ਬਣਦੀ। ਇੱਥੇ ਤਾਂ ਪ੍ਰੈਕਟੀਕਲ ਕਰਨਾ ਪੈਂਦਾ। ਨਾਨਕ ਅਪੜ ਕੋਈ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆ। ਇਹ ਪੂਰੇ ਸਤਿਗੁਰ ਦੀ ਵਡਿਆਈ ਆ, ਜੋ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਣਾ, ਐਸੀ ਅਵਸਥਾ ਪ੍ਰਾਪਤ ਹੋਣੀ। ਦੁੱਖ ਸੁੱਖ ਹਾਨ ਲਾਭ ਘਾਟੇ ਵਾਧੇ ਦੇ ਵਿੱਚ ਸਮਬਿਰਤੀ ਰੱਖਣੀ। ਹੋਈਆਂ ਗਲਤੀਆਂ ਦੀ ਖਿਮਾ, ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ। ਨਾਨਕ ਅਪੜ ਕੋਇ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆ। ਇਹ ਵਾਤਾ ਉਸ ਨੂੰ ਮਿਲੂਗੀ ਜਿਹਦੇ ਤੇ ਪਰਮਾਤਮਾ ਦੀ ਬਖਸ਼ਿਸ਼ ਤੇ ਕਿਰਪਾ ਹੋਵੇਗੀ। ਇਹ ਚਤਰਾਈ ਤੇ ਸਿਆਣਪਾ ਤੇ ਗੱਲਾਂ ਬਾਤਾਂ ਦਾ ਵਿਸ਼ਾ ਨਹੀਂ। ਨਾ ਹੀ ਗੱਲਾਂ ਬਾਤਾਂ ਦੇ ਨਾਲ ਰੱਬ ਨਾਲ ਜੁੜਿਆ ਜਾਂਦਾ, ਨਾ ਹੀ ਗੱਲਾਂ ਬਾਤਾਂ ਕਰਕੇ ਐਸੀ ਅਵਸਥਾ ਤੇ ਗੁਰਮੁਖ ਬਣਿਆ ਜਾਂਦਾ। ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਬੁਲਾਈਏ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।